ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਪਰ ਪੁੰਨ 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 ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਵਾਹਿਗੁਰੂ ਸਾਹਿਬ ਜੀ ਦੋਹਰਾ ਕਛੁਕ ਸਿੱਧ ਜਿਹ ਸੰਗ ਹੈ ਕਹੀ ਆਦੇਸ਼ ਆਦੇਸ਼। ਏਕ ਓੰਕਾਰ ਆਦੇਸ਼ ਹੈ ਬੋਲੇ ਸ਼੍ਰੀ ਜਗਤੇਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਪਰਮ ਦਿਆਲੂ ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ 'ਤੇ ਨਤਮਸਤਕ ਹੋ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਦੇ ਆਨੇਨ ਸੇਵਕ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਰਬਾਬੀ ਕੀਰਤਨੀਏ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਸਤਿਗੁਰਾਂ ਦੇ ਨਾਲ ਚੱਲ ਕੇ ਕੁਰਮ ਦਰਿਆ ਦੇ ਕਿਨਾਰੇ ਕੁਰਮੇਪੁਰ ਨਗਰ ਵਿੱਚ ਆਏ ਹਨ, ਜਿੱਥੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦਿਆਂ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਹੈ।
ਔਰ ਸਤਿਗੁਰਾਂ ਦੀ ਪਰਮ ਜੋਤ ਵਿੱਚ ਆਪਣੀ ਜੋਤ ਨੂੰ ਵਿਲੀਨ ਕੀਤਾ ਹੈ। ਜਿਉ ਜਲ ਮੈਂ ਜਲ ਆਹੇ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਐਸੀ ਅਵਸਥਾ ਨੂੰ ਭਾਈ ਸਾਹਿਬ ਭਾਈ ਮਰਦਾਨਾ ਜੀ ਪ੍ਰਾਪਤ ਹੋਏ ਨੇ। ਭਾਈ ਸਾਹਿਬ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਔਰ ਭਾਈ ਬਾਲਾ ਜੀ ਨੇ ਆਪਣੇ ਹੱਥੀਂ ਕੀਤਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਕੁਰਮਨਗਰ ਤੋਂ ਹੁਣ ਵਾਪਸ ਪੰਜਾਬ ਦੀ ਧਰਤੀ ਨੂੰ ਪਰਤਣ ਲੱਗੇ, ਕਿਉਂਕਿ ਅਫਗਾਨਿਸਤਾਨ ਦਾ ਇਲਾਕਾ ਹੈ ਜਿੱਥੇ ਸਤਿਗੁਰੂ ਜੀ ਵਿਚਰ ਰਹੇ ਨੇ। ਦਇਆਨੰਦ ਸੁਆਮੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਗੋਰਖਨਾਥ ਆਪਣੇ ਕੁਝ ਸਿੱਧਾਂ ਸਮੇਤ ਹਾਜ਼ਰ ਹੋਇਆ। ਪਾਤਸ਼ਾਹ ਦੇ ਕੋਲ ਆ ਕੇ ਨੇ ਆਦੇਸ਼ ਕੀਤੀ ਹੈ। ਕੁਝ ਸਵਾਲ ਜਵਾਬ ਹੋ ਰਹੇ ਨੇ ਸਤਿਗੁਰਾਂ ਨਾਲ ਸਿੱਧਾਂ ਦੇ। ਉਹ ਕਥਾ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖ ਰਹੇ ਹਨ। ਇਹ ਜੋ ਪਾਵਨ ਕਥਾ ਚੱਲ ਰਹੀ ਹੈ, ਇਸ ਗ੍ਰੰਥ ਦਾ ਨਾਮ ਸ੍ਰੀ ਗੁਰੂ ਨਾਨਕ ਪ੍ਰਕਾਸ਼ ਹੈ। ਇਸ ਤੋਂ ਅਗਲੇਰਾ ਗ੍ਰੰਥ ਜਿਹੜਾ ਦੂਸਰੇ ਪਾਤਸ਼ਾਹ ਦੀ ਕਥਾ ਤੋਂ ਲੈ ਕੇ 10ਵੇਂ ਪਾਤਸ਼ਾਹ ਦੀ ਪਾਵਨ ਕਥਾ ਤੱਕ 9 ਪਾਤਸ਼ਾਹੀਆਂ ਦਾ ਜੋ ਪਾਵਨ ਇਤਿਹਾਸ ਹੈ, ਉਹਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਕਹਿੰਦੇ ਆ। ਆਪਾਂ ਆਮ ਕਰਕੇ ਸੂਰਜ ਪ੍ਰਕਾਸ਼ ਕਹਿ ਦਿੰਦੇ ਆ। ਇਹ 2 ਗ੍ਰੰਥਾਂ ਦਾ ਸੁਮੇਲ ਹੈ। ਇਹ ਜੋ ਪਾਵਨ ਗ੍ਰੰਥ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼, ਇਹ ਮਹਾਕਵੀ ਜੀ ਨੇ ਯਮੁਨਾ ਨਗਰ ਜਗਾਦਰੀ ਦੇ ਪਾਸ ਇੱਕ ਬੂੜੀਆ ਨਗਰ ਹੈ 9ਵੇਂ ਪਾਤਸ਼ਾਹ ਦਾ, ਉੱਥੇ ਇਤਿਹਾਸਕ ਸਥਾਨ ਹੈ। ਉਸ ਜਗ੍ਹਾ ਤੇ ਬਹਿ ਕੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਉਤਾਰਾ ਕੀਤਾ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਵਾਰਤਕ ਰੂਪ ਵਿੱਚ ਹੈ। ਮਹਾਕਵੀ ਜੀ ਨੇ ਉਹਨੂੰ ਛੰਦਾਬੰਦੀ ਵਿੱਚ ਕਾਵਿ ਰੂਪ ਦੇ ਵਿੱਚ ਵਰਣਨ ਕੀਤਾ ਹੈ ਔਰ ਇਸ ਗ੍ਰੰਥ ਦਾ ਨਾਮ ਰੱਖਿਆ ਸ੍ਰੀ ਗੁਰੂ ਨਾਨਕ ਪ੍ਰਕਾਸ਼। ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਸਿਫਤ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਕਛੁਕ ਸਿੱਧ ਜਿਹ ਸੰਗ ਹੈ, ਕਹੀ ਆਦੇਸ਼ ਆਦੇਸ਼। ਗੋਰਖਨਾਥ ਦੇ ਨਾਲ ਉਹਦੇ ਕੁਝ ਸਿੱਧ ਸਨ ਜਿਹੜੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਆ ਕੇ ਮਿਲੇ ਨੇ। ਇਹਨਾਂ ਨੇ ਮਿਲ ਕੇ ਆਦੇਸ਼ ਕੀਤੀ ਹੈ, ਕਿਉਂਕਿ ਸਿੱਧ ਜਦੋਂ ਆਪੋ ਵਿੱਚ ਮਿਲਦੇ ਹਨ ਉਸ ਵਕਤ ਇਹ ਸ਼ਬਦ ਵਰਤਦੇ ਨੇ ਆਦੇਸ਼। ਇਉਂ ਸਤਿਗੁਰਾਂ ਨੂੰ ਵੀ ਆਦੇਸ਼ ਕਹਿ ਕੇ ਮਿਲੇ ਹਨ। ਏਕ ਓੰਕਾਰ ਆਦੇਸ਼ ਹੈ, ਬੋਲੇ ਸ੍ਰੀ ਜਗਤੇਸ਼। ਜਦੋਂ ਵੀ ਇਹ ਸਿੱਧ ਸਤਿਗੁਰਾਂ ਨੂੰ ਕਈ ਵਾਰੀ ਮਿਲੇ ਕਈ ਥਾਵਾਂ ਤੇ, ਜਦੋਂ ਵੀ ਮਿਲਦੇ ਆਦੇਸ਼ ਕਹਿੰਦੇ ਸੀ। ਅੱਗੋਂ ਸਤਿਗੁਰੂ ਜੀ ਕਹਿੰਦੇ ਸਨ ਆਦੇਸ਼ ਤਿਸੈ ਆਦੇਸ਼। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਕਿ ਉਸ ਏਕ ਓੰਕਾਰ ਨੂੰ ਆਦੇਸ਼ ਹੈ। ਚੌਪਈ ਸਿੱਧ ਸਭ ਬੈਠੇ ਬਚਨ ਅਲਾਏ। ਇਹ ਸਾਰੇ ਸਿੱਧ ਮਹਾਰਾਜ ਜੀ ਦੇ ਚਰਨਾਂ 'ਚ ਬੈਠ ਗਏ ਔਰ ਬੈਠ ਕੇ ਬੇਨਤੀ ਕਰਦਿਆਂ ਚਰਚਾ ਕਰਨ ਲਈ ਬੋਲੇ। ਕੈਸੇ ਦੁਰਮਤ ਤਿਆਗੀ ਜਾਏ। ਸਵਾਲ ਕੀਤੇ ਇਹਨਾਂ ਨੇ ਸਤਿਗੁਰਾਂ ਨੂੰ, ਤਕਰੀਬਨ 11-12 ਸਵਾਲ ਹਨ। ਸਵਾਲ ਪੁੱਛਦੇ ਨੇ ਸਤਿਗੁਰਾਂ ਨੂੰ, ਮਹਾਰਾਜ ਜੀ ਦੁਰਮਤ ਦਾ ਤਿਆਗ ਕਿਵੇਂ ਹੁੰਦਾ ਹੈ? ਖੋਟੀ ਮਤ, ਭੈੜੀ ਮਤ, ਜਿਹੜੀ ਵਿਸ਼ਈ ਵਿਕਾਰੀ ਮਤ ਹੈ, ਉਹਦਾ ਤਿਆਗ ਕਿਵੇਂ ਹੁੰਦਾ? ਉਹ ਕਿਵੇਂ ਤਿਆਗੀ ਜਾਂਦੀ ਹੈ? ਕਿਹ ਬਿਦ ਦੁਨੀਆ ਦੁਤਰ ਤਰੈ। ਦੂਜਾ ਸਵਾਲ ਇਹਨਾਂ ਨੇ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਦੱਸੋ ਕਿ ਦੁਨੀਆ ਦਾ ਸਾਗਰ ਜਿਹਨੂੰ ਤਰਨਾ ਬੜਾ ਦੁਸ਼ਤਰ ਔਖਾ ਹੈ, ਇਹਨੂੰ ਕਿਸ ਪ੍ਰਕਾਰ ਨਾਲ ਤਰਿਆ ਜਾ ਸਕਦਾ ਹੈ? ਕਿਉਂ ਕਰ ਜੀਵਤ ਜਗ ਮਹਿ ਮਰੈ। ਜਿਉਂਦਿਆਂ ਜੀ ਸੰਸਾਰ ਦੇ ਵਿੱਚ ਇਹ ਜੀਵ ਕਿਵੇਂ ਮਰਿਆ ਹੋਇਆ ਰਹਿ ਸਕਦਾ ਹੈ? ਇਹ ਤੀਸਰਾ ਸਵਾਲ ਕੀਤਾ। ਕੈਸੇ ਸੱਚ ਸੋ ਹੋਏ ਪਛਾਨੇ। ਚੌਥਾ ਸਵਾਲ ਕੀਤਾ, ਮਹਾਰਾਜ ਜੀ ਸੱਚ ਨਾਲ ਪਛਾਣ ਕਿਵੇਂ ਹੋ ਸਕਦੀ ਹੈ? ਸੱਚ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ?
ਇਹਦੇ ਬਾਰੇ ਵੀ ਆਪ ਜੀ ਕਿਰਪਾ ਕਰਕੇ ਦੱਸੋ। ਕਿਸ ਪ੍ਰਕਾਰ ਮਗ ਲੈ ਵਹਿ ਜਾਣੇ। ਸੱਚ ਦੇ ਘਰ ਨੂੰ ਜਾਣ ਵਾਸਤੇ ਜਿਹੜਾ ਰਸਤਾ ਹੈ, ਮਗ ਕਹਿੰਦੇ ਨੇ ਰਾਹ ਨੂੰ। ਪਰਮਾਤਮਾ ਦੇ ਘਰ ਨੂੰ ਜਾਣ ਵਾਸਤੇ ਜਿਹੜਾ ਰਸਤਾ ਹੈ, ਉਹਦੀ ਪਛਾਣ ਕਿਵੇਂ ਕਰੀਏ, ਇਹ ਪੰਜਵਾਂ ਸਵਾਲ ਕੀਤਾ। ਹੋਤ ਰਖੀਕ ਬਸੀ ਕਿਹ ਭਾਂਤੀ। ਛੇਵਾਂ ਸਵਾਲ ਕੀਤਾ, ਮਹਾਰਾਜ ਜੀ ਇੰਦਰੀਆਂ ਵਸ ਕਿਵੇਂ ਹੋ ਸਕਦੀਆਂ ਹਨ। ਆ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਇਹਨਾਂ ਇੰਦਰੀਆਂ ਤੇ ਕੰਟਰੋਲ ਕਿਵੇਂ ਕੀਤਾ ਜਾ ਸਕਦਾ, ਬਹੁਤ ਔਖਾ ਹੈ। ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਹਨ ਗੁਰੂ ਖਾਲਸਾ ਜੀ। ਇੱਕ ਇੱਕ ਜੀਵ 'ਚ ਇੱਕ ਇੱਕ ਵਿਸ਼ਾ ਹੁੰਦਾ ਹੈ, ਤਾਂ ਉਸ ਜੀਵ ਨੂੰ ਕੈਸੀ ਦੁਰਦਸ਼ਾ ਨੂੰ ਪ੍ਰਾਪਤ ਕਰਾਉਂਦਾ। ਮੱਛੀ ਵਿੱਚ ਕੇਵਲ ਜ਼ੁਬਾਨ ਦਾ ਸਵਾਦ ਲੈਣ ਦਾ ਵਿਸ਼ਾ ਹੈ, ਉਹ ਆਪਣਾ ਆਪ ਕੁੰਡੀ 'ਚ ਫਸਾ ਕੇ ਆਪਣੇ ਪ੍ਰਾਣ ਤਿਆਗ ਦਿੰਦੀ। ਹਿਰਨ ਨੂੰ ਕੇਵਲ ਸ਼ਬਦ ਦਾ ਵਿਸ਼ਾ, ਉਹ ਸੁਣਨ ਦੀ ਇੱਛਾ ਰੱਖਦਾ, ਕੰਡੇ ਹੇੜੇ ਦੀ ਆਵਾਜ਼ ਸੁਣ ਕੇ ਉਹ ਆਪਣਾ ਸਿਰ ਦੇ ਦਿੰਦਾ ਹੈ। ਹਾਥੀ ਨੂੰ ਕੇਵਲ ਸਪਰਸ਼ ਦਾ ਵਿਸ਼ਾ ਹੈ, ਉਹ ਕਾਗਜ਼ ਦੀ ਹਸਤਨੀ ਵੇਖ ਕੇ ਦੌੜਦਾ, ਖੂਹ 'ਚ ਡਿੱਗ ਕੇ ਮੁਹਾਵਤ ਦੇ ਕੁੰਡੇ ਥੱਲੇ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ। ਪਤੰਗੇ ਨੂੰ ਕੇਵਲ ਵੇਖਣ ਦੇ ਵਿਸ਼ੇ ਵਿੱਚ ਹੈ, ਰੂਪ ਦਾ ਉਹਨੂੰ ਰਸ ਹੈ, ਉਹ ਅੱਗ ਦੀ ਲਾਟ ਨੂੰ ਵੇਖ ਕੇ ਉਹਦੇ ਤੇ ਸੜ ਕੇ ਮਰ ਜਾਂਦਾ ਹੈ। ਭਵਰੇ ਨੂੰ ਕੇਵਲ ਸੁਗੰਧੀ ਦਾ ਵਿਸ਼ਾ ਹੈ, ਕਮਲ ਦੇ ਫੁੱਲ ਤੇ ਮੰਡਰਾਉਂਦਾ, ਸਾਰਾ ਦਿਨ ਉਹਦੇ ਤੇ ਮੰਡਰਾਉਂਦਾ, ਸ਼ਾਮ ਨੂੰ ਕਮਲ ਦੇ ਫੁੱਲ ਦੀਆਂ ਪੰਖੜੀਆਂ ਮਿਚਦੀਆਂ ਵਿੱਚੇ ਕੈਦ ਹੋ ਕੇ ਮਰ ਜਾਂਦਾ ਹੈ। ਇਹਨਾਂ ਪੰਜਾਂ ਜੀਵਾਂ ਵਿੱਚ ਇੱਕ ਇੱਕ ਵਿਸ਼ਾ ਤੇ ਇਹਨਾਂ ਦਾ ਨਾਸ ਕਰ ਦਿੰਦਾ ਹੈ। ਇਸ ਮਨੁੱਖ ਵਿੱਚ ਪੰਜੇ ਵਿਸ਼ੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ। ਹੁਣ ਜਿਹਦੇ ਵਿੱਚ ਪੰਜੇ ਹੀ ਨੇ, ਉਹ ਹੁਣ ਕਿਵੇਂ ਬਚ ਸਕਦਾ ਹੈ, ਆਪਣੀਆਂ ਇੰਦਰੀਆਂ ਨੂੰ ਕਿਵੇਂ ਕਾਬੂ ਕਰ ਸਕਦਾ ਹੈ। ਇਹ ਛੇਵਾਂ ਸਵਾਲ ਇਹਨਾਂ ਨੇ ਸਤਿਗੁਰਾਂ ਨੂੰ ਪੁੱਛਿਆ। ਕਿਹ ਤੇ ਮਨ ਮਾਨੈ ਹੋਇ ਸ਼ਾਂਤੀ। ਸਤਵਾਂ ਸਵਾਲ ਕੀਤਾ, ਮਹਾਰਾਜ ਜੀ ਇਸ ਮਨ ਨੂੰ ਸ਼ਾਂਤੀ ਕਿਵੇਂ ਮਿਲੇ, ਮਨ ਦੀ ਸ਼ਾਂਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ। ਕੈਸੇ ਰੂਪ ਕਿਤੋ ਬਿਸਤਾਰੂ। ਅੱਠਵਾਂ ਸਵਾਲ ਕੀਤਾ, ਪਰਮਾਤਮਾ ਦਾ ਰੂਪ ਕੈਸਾ ਹੈ ਔਰ ਉਹਦਾ ਵਿਸਥਾਰ ਕਿਤਨਾ ਕੁ ਹੈ। ਕਰਬੇ ਜੋਗ ਸਕੌਨ ਆਚਾਰੂ। ਨੌਵਾਂ ਸਵਾਲ ਕੀਤਾ ਕਿ ਆਚਰਣ ਕਿਹੋ ਜਿਹਾ ਧਾਰਨ ਕਰੀਏ, ਅਸੀਂ ਕਿਸ ਤਰ੍ਹਾਂ ਦਾ ਆਚਾਰ, ਆਪਣਾ ਜੀਵਨ ਵਿਵਹਾਰ ਕਿਸ ਤਰ੍ਹਾਂ ਦਾ ਬਣਾਈਏ। ਕਿਹ ਤੇ ਆਵਹਿ ਕਿਸ ਮਹਿ ਜਾਈ। ਇਹ ਜੀਵ ਕਿੱਥੋਂ ਆਉਂਦਾ ਔਰ ਕਿੱਥੇ ਜਾ ਕੇ ਚਲਾ ਜਾਂਦਾ, ਸਮਾ ਜਾਂਦਾ ਹੈ। ਇਹ 10ਵਾਂ ਸਵਾਲ ਕੀਤਾ। ਕਹਾਂ ਸਮਾਵਹਿ ਦੇਹੁ ਬਤਾਈ। 11ਵਾਂ ਸਵਾਲ ਵੀ ਇਹ ਸਮਾਉਂਦਾ ਕਿੱਥੇ ਹੈ, 10ਵਾਂ ਵੀ ਆਉਂਦਾ ਕਿੱਥੇ ਹੈ ਤੇ ਜਾਂਦਾ ਕਿੱਥੇ ਹੈ। 11ਵਾਂ ਸਵਾਲ ਕੀਤਾ ਕਿ ਇਹ ਜੀਵ ਸਮਾ ਕਿੱਥੇ ਜਾਂਦਾ ਹੈ। ਇਹ 11 ਸਵਾਲ ਇਹਨਾਂ ਸਿੱਧਾਂ ਨੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕੋਲ ਕੀਤੇ। ਸੁਨ ਕਰ ਸਿੱਧਨ ਕੀ ਅਸਬਾਨੀ। ਸਿੱਧਾਂ ਦੀ ਇਹ ਬੇਨਤੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੇ। ਉੱਤਰ ਕਹਿਓ ਤੁਰਤ ਗੁਣ ਖਾਨੀ। ਤੁਰਤ ਹੀ ਉਸੇ ਵਕਤ ਗੁਣਾਂ ਦੀ ਖਾਨ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਵਾਬ ਦਿੱਤਾ। ਗੁਰਮਤਿ ਲੈ ਦੁਰਮਤਿ ਤਬ ਦੀਨੀ। ਪਾਤਸ਼ਾਹ ਨੇ ਪਹਿਲੇ ਸਵਾਲ ਦਾ ਜਵਾਬ ਦਿੱਤਾ। ਇਹਨਾਂ ਪੁੱਛਿਆ ਸੀ ਵੀ ਖੋਟੀ ਮੱਤ ਕਿਵੇਂ ਬਿਨਸਦੀ ਹੈ। ਪਾਤਸ਼ਾਹ ਕਹਿੰਦੇ ਗੁਰੂ ਦੀ ਮੱਤ ਲੈ ਕੇ ਖੋਟੀ ਮੱਤ ਚਲੀ ਜਾਂਦੀ ਹੈ। ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਨੇ। ਪਾਤਸ਼ਾਹ ਕਹਿੰਦੇ ਗੁਰੂ ਦੀ ਮੱਤ ਲੈ ਕੇ ਦੁਰਮਤ ਦੂਰ ਹੋ ਜਾਂਦੀ ਹੈ। ਇਸ ਕਰਕੇ ਗੁਰੂ ਦੇ ਚਰਨਾਂ 'ਚੋਂ ਸੇਵਕ ਸੁਮਤ ਮੰਗਦੇ ਨੇ, ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ। ਮਹਾਰਾਜ ਕਿਰਪਾ ਕੀਜੈ, ਸਾ ਮਤ ਦੀਜੈ, ਆਠ ਪਹਿਰ ਤੁਧ ਧਿਆਈ। ਮਹਾਰਾਜ ਜੀ ਦੇ ਚਰਨਾਂ 'ਚੋਂ ਸਮਤ ਮੰਗਣੀ, ਗੁਰਮਤ ਦਾ ਦਾਨ ਪ੍ਰਾਪਤ ਕਰਨ ਦੀ ਬੇਨਤੀ ਕਰਨੀ। ਮਹਾਰਾਜ ਜੀ ਕਹਿੰਦੇ ਗੁਰਮਤ ਲੈ ਕੇ ਦੁਰਮਤ ਜਿਹੜੀ ਆ ਉਹ ਚਲੀ ਜਾਂਦੀ ਹੈ। ਦੁਸ਼ਟਰ ਤਰੇ ਨਾਮ ਮਤ ਭੀਨੀ। ਦੂਜਾ ਸਵਾਲ ਇਹਨਾਂ ਕੀਤਾ ਵੀ ਇਸ ਭਾਵ ਸਾਗਰ ਤੋਂ ਕਿਵੇਂ ਤਰੀਏ, ਬੜਾ ਔਖਾ ਹੈ ਤਰਨਾ। ਮਹਾਰਾਜ ਜੀ ਕਹਿੰਦੇ ਆ ਨਾਮ ਦੇ ਵਿੱਚ ਜਦੋਂ ਤੁਹਾਡੀ ਮਤ ਭਿੱਜ ਜਾਵੇ, ਨਿਰੰਕਾਰ ਦੇ ਨਾਮ ਵਿੱਚ ਤੁਹਾਡੀ ਮਤ ਭਿੱਜ ਜਾਵੇ, ਤਾਂ ਨਿਰੰਕਾਰ ਦੇ ਨਾਮ ਦੇ ਵਿੱਚ ਭਿੱਜਿਆ ਹੋਇਆ
ਇਸ ਭਵ ਸਾਗਰ ਤੋਂ ਤਰਿਆ ਜਾ ਸਕਦਾ ਹੈ। ਫਿਰ ਇਹ ਸੰਸਾਰ ਨੂੰ ਤਰਨਾ ਸੁਖਾਲਾ ਹੋ ਜਾਂਦਾ ਹੈ। ਇੱਕ ਨਾਮ ਦਾ ਆਸਰਾ ਲੈ ਕੇ ਜੀਵ ਇਸ ਭਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਤਰ ਸਕਦਾ ਹੈ। ਗੁਰ ਕਾ ਸ਼ਬਦ ਹਿਰਦੇ ਮਹਿ ਧਰਿਆ। ਫਿਰ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ, ਇਸ ਜਗਤ ਦੇ ਵਿੱਚ ਜੀਵਤ ਭਾਵ ਕਰਕੇ ਕਿਵੇਂ ਮਰਿਆ ਜਾ ਸਕਦਾ ਹੈ? ਤਾਂ ਮਹਾਰਾਜ ਜੀ ਕਹਿੰਦੇ, ਭਾਈ ਗੁਰੂ ਕਾ ਸ਼ਬਦ ਆਪਣੇ ਹਿਰਦੇ 'ਚ ਵਸਾ ਕੇ ਜੀਵਤ ਮ੍ਰਿਤਕ ਬਹੁਰ ਨਾ ਮਰਿਆ। ਕਹਿੰਦੇ ਜਿਹੜੇ ਸ਼ਬਦ ਵਿੱਚ ਆਪਣਾ ਆਪਾ ਭੇ ਲੈਂਦੇ ਆ, ਉਹ ਜਿਉਂਦਿਆਂ ਜੀ ਮਰ ਜਾਂਦੇ ਹਨ। ਸ਼ਬਦ ਮਰਹੋ ਫਿਰ ਜੀਵੋ ਸਾਧਹੀ, ਤਾਂ ਫਿਰ ਮਰਨ ਨਾ ਹੋਈ। ਜਿਹੜੇ ਸਤਿਗੁਰਾਂ ਦੇ ਸ਼ਬਦ ਦੁਆਰਾ ਆਪਣੇ ਆਪੇ ਨੂੰ ਮਾਰ ਲੈਂਦੇ ਹਨ, ਉਹਨਾਂ ਦਾ ਮੁੜ ਕੇ ਸੰਸਾਰ ਵਿੱਚ ਮਰਨਾ ਨਹੀਂ ਹੁੰਦਾ। ਉਹ ਮੁੜ ਕੇ ਸੰਸਾਰ ਵਿੱਚ ਨਹੀਂ ਮਰਦੇ। ਇਸ ਤਰ੍ਹਾਂ ਸ਼ਬਦ ਦੁਆਰਾ ਮਹਾਰਾਜ ਜੀ ਕਹਿੰਦੇ ਆਪਣੇ ਜੀਵਤ ਭਾਵ ਨੂੰ ਮਾਰ ਕੇ ਫਿਰ ਸੰਸਾਰ ਵਿੱਚ ਜੀਵੜਾ। ਗੁਰਮੁਖ ਲੇਵਹਿ ਸਾਚ ਪਛਾਨੇ। ਫਿਰ ਇਹਨਾਂ ਨੇ ਪੁੱਛਿਆ ਸੀ, ਸੱਚ ਨੂੰ ਕਿਵੇਂ ਪਛਾਣੀਏ? ਇਹਦਾ ਜਵਾਬ ਗੁਰੂ ਨਾਨਕ ਸਾਹਿਬ ਦਿੰਦੇ, ਕਹਿੰਦੇ ਗੁਰੂ ਦੇ ਮੁਖ ਦੁਆਰਾ ਹੀ ਸੱਚ ਦੀ ਪਛਾਣ ਹੋ ਸਕਦੀ ਹੈ। ਗੁਰੂ ਨੇ ਆਪਣੇ ਮੁਖ ਦੁਆਰਾ ਦੱਸਣਾ ਵੀ ਸੱਚ ਕੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਨੇ ਦੱਸਣਾ ਸੱਚ ਕੀ ਹੈ। ਗੁਰੂ ਦੇ ਮੁਖ ਦੁਆਰਾ ਸੱਚ ਦੀ ਪਛਾਣ ਹੋਣੀ ਹੈ। ਤੇ ਗੁਰੂ ਪਾਤਸ਼ਾਹ ਨੇ ਆਪਣੇ ਮੁਖੋਂ ਸੱਚ ਦੱਸਿਆ। ਕੀ ਸੱਚ ਦੱਸਿਆ? ਕਿ ਇਸ ਸੰਸਾਰ ਵਿੱਚ ਅਗਰ ਕੁਝ ਸੱਤ ਹੈ ਤਾਂ ਉਹ ਕੇਵਲ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਤਰਈ ਕਾਲ ਸੱਤ ਹੈ। ਸਤ ਨਾਮ, ਇਹ ਸੱਚ ਗੁਰੂ ਨੇ ਦੱਸਣਾ, ਗੁਰੂ ਨੇ ਜਣਾਉਣਾ। ਸੱਚ ਦਾ ਗਿਆਨ ਗੁਰੂ ਦੇ ਮੁਖ ਦੁਆਰਾ ਹੋਣਾ। ਗੁਰੂ ਨੇ ਜੋ ਕਿਹਾ ਉਹ ਸੱਚ ਹੈ। ਇਉਂ ਕਹਿ ਲੋ, ਗੁਰੂ ਪਾਤਸ਼ਾਹ ਜੋ ਕਹਿੰਦੇ ਨੇ ਉਹੀ ਸੱਚ ਹੈ। ਉਹਦੇ ਤੋਂ ਬਿਨਾਂ ਬਾਕੀ ਸਭ ਝੂਠ। ਜੋ 10 ਪਾਤਸ਼ਾਹੀਆਂ ਨੇ ਕਿਹਾ, ਜੋ 10 ਪਾਤਸ਼ਾਹਾਂ ਨੇ ਆਪਣੇ ਮੁਖੋਂ ਉਚਾਰਿਆ, ਉਹੀ ਸੱਚ ਹੈ ਸਾਡੇ ਵਾਸਤੇ। ਉਹਦੇ ਤੋਂ ਇਲਾਵਾ ਬਾਕੀ ਸਭ ਝੂਠ। ਜੋ ਗੁਰੂ ਦੱਸੇ ਉਹ ਸੱਚ ਹੈ। ਗੁਰੂ ਦੇ ਮੁਖ ਦੁਆਰਾ ਹੀ ਸੱਚ ਦੀ ਪਛਾਣ ਹੋ ਸਕਦੀ ਹੈ। ਗੁਰਮੁਖ ਖੋਜਤ ਮਗ ਕੋ ਜਾਣੇ। ਫਿਰ ਇਹਨਾਂ ਪੁੱਛਿਆ ਸੀ ਵੀ ਰੱਬ ਦੇ ਘਰ ਦਾ ਮਾਰਗ ਕਿਵੇਂ ਪਛਾਣੀਏ? ਮਹਾਰਾਜ ਜੀ ਕਹਿੰਦੇ ਉਹਦੇ ਘਰ ਦੇ ਮਾਰਗ ਦੀ ਸੋਝੀ ਵੀ ਗੁਰੂ ਦੇ ਮੁਖ ਦੁਆਰਾ ਹੋਣੀ ਹੈ। ਗੁਰੂ ਨੇ ਹੀ ਦੱਸਣਾ ਕਿ ਨਿਰੰਕਾਰ ਦੇ ਘਰ ਨੂੰ ਕਿਹੜਾ ਰਾਹ ਜਾਂਦਾ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰੂ ਨੇ ਰਾਹ ਦੱਸਣਾ, ਗੁਰੂ ਨੇ ਮਾਰਗ ਦੱਸਣਾ। ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਨਹੀਂ ਪਤਾ ਲੱਗਣਾ ਵੀ ਕਿਹੜੇ ਰਾਹ ਤੇ ਟੁਰੀਏ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਮਹਾਰਾਜ ਸਾਨੂੰ ਨਹੀਂ ਜੇ ਪਤਾ ਵੀ ਅਸੀਂ ਕਿਹੜੇ ਰਾਹ ਤੇ ਟੁਰਨਾ, ਅੰਧਲੇ ਹਾਂ। ਤੁਸੀਂ ਦਇਆ ਕਰਕੇ ਸਾਨੂੰ ਆਪਣਾ ਪੱਲਾ ਫੜਾਵੋ, ਆਪਣੇ ਆਸਰੇ ਨਾਲ ਸਾਨੂੰ ਟੋਰੋ, ਕਿਉਂਕਿ ਅੰਨਿਆਂ ਨੂੰ ਟੁਰਨ ਵਾਸਤੇ ਆਸਰਾ ਚਾਹੀਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੀ ਆਪਣੇ ਸੇਵਕ ਨੂੰ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਘਰ ਜਾਣ ਦਾ ਰਸਤਾ ਦੱਸਦੇ ਨੇ। ਗੁਰੂ ਬਿਨਾਂ ਮੱਗ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਨ ਮਾਰੇ ਇੰਦਰੀ ਬਸ ਹੋਈ। ਫਿਰ ਇਹਨਾਂ ਪੁੱਛਿਆ ਵੀ ਇੰਦਰੀਆਂ ਕਿਵੇਂ ਵਸ ਕਰੀਏ? ਅੱਖਾਂ, ਕੰਨ, ਨਾਸਕਾ, ਜ਼ੁਬਾਨ, ਚਮੜੀ, ਹੱਥ, ਪੈਰ, ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਨੇ। ਇਹ ਕਿਵੇਂ ਕਾਬੂ ਕਰੀਏ? ਮਹਾਰਾਜ ਜੀ ਕਹਿੰਦੇ ਆ, ਮਨ ਨੂੰ ਮਾਰ ਕੇ ਨਾ ਇੰਦਰੀਆਂ ਨੂੰ ਜਿੱਤਿਆ ਜਾ ਸਕਦਾ। ਇਹਨਾਂ ਪੁੱਛਿਆ ਇੰਦਰੀਆਂ ਵਸ ਕਿਵੇਂ ਕਰੀਏ? ਮਹਾਰਾਜ ਕਹਿੰਦੇ ਮਨ ਮਾਰੇ। ਮਨ ਮਾਰੇ ਤੇ ਇੰਦਰੀ ਬਸ ਜਾਂਕੈ। ਜਦੋਂ ਕੋਈ ਮਨ ਮਾਰ ਲਵੇ, ਉਹਦੇ ਇੰਦਰੀਆਂ ਉਹਦੇ ਵਸ ਵਿੱਚ ਹੋ ਜਾਂਦੀਆਂ। ਇਹ ਮਨ ਇਹਨਾਂ ਇੰਦਰੀਆਂ ਨੂੰ ਪ੍ਰੇਰ ਕੇ ਚਲਾਉਂਦਾ ਹੈ। ਮਨ ਕਹਿੰਦਾ ਅੱਖਾਂ ਨੂੰ ਵੇਖਣ ਨੂੰ ਤੇ ਅੱਖਾਂ ਵੇਖਦੀਆਂ। ਮਨ ਕਹਿੰਦਾ ਵੀ ਕੰਨ ਸੁਣਨ ਤੇ ਕੰਨ ਸੁਣ। ਜਦੋਂ ਸਾਡਾ ਮਨ ਨਾ ਕਰੇ, ਕੋਈ ਕੋਲ ਬੈਠਾ ਬੋਲੇ, ਆਪਾਂ ਕਹਿੰਦੇ ਆ ਚੁੱਪ ਕਰ ਜਾ ਯਾਰ, ਸੁਣਨ ਨੂੰ ਗੱਲ ਸੁਣਨ ਨੂੰ ਦਿਲ ਨਹੀਂ ਪਿਆ ਕਰਦਾ, ਚੁੱਪ ਕਰ ਜਾ। ਯਾਨੀ ਕਿ ਮਨ ਹੈ ਨਾ,
ਉਹ ਕਹੇ ਤੇ ਸੁਣਨਾ ਚਾਹੁੰਦਾ, ਜੇ ਨਹੀਂ ਚਾਹੇ ਤੇ ਕੰਨਾਂ ਦੇ ਕੋਲ ਕੋਈ ਗੱਲ ਕਹੀ ਜਾਵੇ ਸੁਣਨ ਨੂੰ ਚਿੱਤ ਨਹੀਂ। ਉਹ ਕਹਿੰਦੇ ਉਹ ਵੇਖ ਤਾਂ ਸਹੀ, ਕਹਿੰਦਾ ਮਨ ਨਹੀਂ ਆ ਵੇਖਣ ਨੂੰ। ਯਾਨੀ ਕਿ ਮਨ ਹੈ ਜਿਹੜਾ ਅੱਖਾਂ ਨੂੰ ਕਹਿੰਦਾ ਵੇਖੋ, ਇਹ ਮਨ ਪ੍ਰੇਰਕ ਹੈ ਇਹਨਾਂ ਇੰਦਰੀਆਂ ਦਾ। ਗਰੀਬ ਨਵਾਜ਼ ਸਾਹਿਬ ਕਹਿੰਦੇ ਕਿ ਜਦੋਂ ਇਹ ਮਨ ਵਸ ਵਿੱਚ ਆ ਜਾਏ ਤਾਂ ਇਹ ਇੰਦਰੀਆਂ ਜਿੱਤੀਆਂ ਜਾ ਸਕਦੀਆਂ ਹਨ। ਅੱਖਾਂ ਤੇ ਕਾਬੂ ਕੀਤਾ ਜਾ ਸਕਦਾ ਹੈ, ਕੰਨਾਂ ਤੇ ਤਾਂ ਕਾਬੂ ਕੀਤਾ ਜਾ ਸਕਦਾ ਜੇ ਮਨ ਵਸ ਵਿੱਚ ਆਵੇ। ਆਤਮ ਜਿਣਾ ਸਗਲ ਵਸ ਤਾਂ ਕੈ, ਜਾਂ ਕਾ ਸਤਿਗੁਰ ਪੂਰਾ। ਜਿਹੜੇ ਆਪਣੇ ਮਨ ਨੂੰ ਜਿੱਤ ਲੈਂਦੇ ਹਨ ਉਹਨਾਂ ਦੇ ਇੰਦਰੀਆਂ ਵਸ ਵਿੱਚ ਆ ਜਾਂਦੀਆਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮਨ ਜੀਤੈ ਜਗ ਜੀਤ। ਜਦੋਂ ਮਨ ਜਿੱਤ ਲਿਆ ਫਿਰ ਜਗ ਵੀ ਜਿੱਤ ਲਿਆ। ਮਨ ਰਿਪ ਜੀਤੇ ਸਭ ਰਿਪ ਜੀਤੇ। ਕਹਿੰਦੇ ਜੇ ਮਨ ਰੂਪੀ ਦੁਸ਼ਮਣ ਜਿੱਤ ਲਿਆ ਤੇ ਸਾਰੇ ਦੁਸ਼ਮਣ ਜਿੱਤ ਲਏ। ਜੇ ਮਨ ਰੂਪੀ ਦੁਸ਼ਮਣ ਨਹੀਂ ਜਿੱਤਿਆ ਤੇ ਫਿਰ ਕੁਝ ਵੀ ਨਹੀਂ ਜਿੱਤ ਸਕੇ। ਜਿੱਤਣਾ ਤਾਂ ਮਨ ਨੂੰ ਸੀ। ਸਿੱਧਾਂ ਨੇ ਕੀ ਕੀਤਾ, ਇਹਨਾਂ ਕਸ਼ਟ ਦਿੱਤੇ ਅੱਖਾਂ ਨੂੰ। ਸੂਰਜ ਵੱਲ ਘੰਟਿਆਂ ਬੱਧੀ ਤਾੜ ਲਾ ਕੇ ਵੇਖਦੇ ਰਹੇ ਵੀ ਅੱਖਾਂ ਨੂੰ ਦੁੱਖ ਦੇਣਾ। ਸਰੀਰ ਦੀਆਂ ਇੰਦਰੀਆਂ ਨੂੰ ਕਸ਼ਟ ਦਿੰਦੇ ਰਹੇ। ਪਾਤਸ਼ਾਹ ਕਹਿੰਦੇ ਉਹਦਾ ਕੀ ਫਾਇਦਾ, ਸੱਪ ਤਾਂ ਖੁੱਡ ਦੇ ਵਿੱਚ ਆ, ਤੁਸੀਂ ਉੱਤੋਂ ਖੁੱਡ ਨੂੰ ਡਾਂਗਾਂ ਨਾਲ ਕੁੱਟੀ ਜਾਓ। ਖੁੱਡ ਵਿਚਾਰੀ ਦਾ ਕੀ ਦੋਸ਼, ਉਹਦੇ ਨਾਲ ਤਾਂ ਨਹੀਂ ਸੱਪ ਮਰਨਾ। ਵਰਮੀ ਮਾਰੀ ਸਾਪ ਨਾ ਮੂਆ। ਖੁੱਡ ਨੂੰ ਮਾਰਨ ਨਾਲ ਸੱਪ ਤਾਂ ਨਹੀਂ ਮਰਦਾ। ਸੱਪ ਤਾਂ ਅੰਦਰ ਹੈ, ਮਨ ਤਾਂ ਅੰਦਰ ਹੈ, ਇੰਦਰੀਆਂ ਬਾਹਰ ਨੇ। ਮਨ ਨੇ ਹੀ ਇੰਦਰੀਆਂ ਨੂੰ ਕੰਟਰੋਲ ਕਰਨਾ ਹੈ। ਇਸ ਕਰਕੇ ਸ਼ਬਦ ਦੀ ਕਮਾਈ ਕਰਕੇ ਸ਼ਬਦ ਦੇ ਅਭਿਆਸੀ ਗੁਰਮੁਖ ਆਪਣੇ ਮਨ ਨੂੰ ਵਸ ਕਰਨ ਦਾ ਯਤਨ ਕਰਦੇ ਹਨ। ਜਦੋਂ ਮਨ ਜਿੱਤਿਆ ਜਾਏ ਉਦੋਂ ਫਿਰ ਇੰਦਰੀਆਂ ਜਿੱਤੀਆਂ ਜਾਂਦੀਆਂ ਹਨ। ਮਨ ਤੇ ਮਨ ਮਾਨਤ ਹੈ ਸੋਈ। ਕਹਿੰਦੇ ਜਿਨ੍ਹਾਂ ਦਾ ਮਨ ਹੀ ਮਨ ਕਰਕੇ ਮੰਨ ਜੇ, ਯਾਨੀ ਕਿ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਵਿੱਚ ਮੰਨ ਜਾਂਦਾ ਹੈ, ਗੁਰੂ ਦੇ ਸ਼ਬਦ ਵਿੱਚ ਜਿਨ੍ਹਾਂ ਦਾ ਮਨ ਪਤੀਜ ਜਾਂਦਾ ਹੈ। ਕਥਨੇ ਤੇ ਅਕਥ ਦੇਹ ਰੂਪ। ਫਿਰ ਇਹਨਾਂ ਪੁੱਛਿਆ ਜੀ ਪਰਮੇਸ਼ਰ ਦਾ ਸਵਰੂਪ ਕੈਸਾ ਹੈ? ਮਹਾਰਾਜ ਜੀ ਕਹਿੰਦੇ ਉਹਦਾ ਸਵਰੂਪ ਐਸਾ ਵੀ ਕਥਨ ਵਿੱਚ ਨਹੀਂ ਆਉਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੋ ਕਥਨ ਤੋਂ ਅਕਥ ਹੈ, ਅਕਥ ਕਥਾ, ਜਿਹਦਾ ਸਵਰੂਪ ਅਕਥ ਹੈ, ਕਥਨ ਵਿੱਚ ਨਹੀਂ ਆਉਂਦਾ। ਜਿਹੜਾ ਕਥਨ ਚ ਆ ਜੇ ਉਹ ਰੱਬ ਨਹੀਂ ਹੈ। ਰੱਬ ਹੈ ਹੀ ਉਹ ਜਿਹੜਾ ਕਥਨ ਵਿੱਚ ਨਾ ਆਵੇ, ਜੋ ਅਕਥ ਹੈ, ਜੋ ਕਥਨ ਕਹਿਣ ਤੋਂ ਪਰੇ ਹੈ। ਨਿਰੰਕਾਰ ਜਿਹ ਚਰਿਤ ਅਨੂਪਾ। ਫਿਰ ਇਹਨਾਂ ਪੁੱਛਿਆ ਉਹਦਾ ਆਕਾਰ ਕਿੱਡਾ, ਵਿਸਥਾਰ ਕਿੱਡਾ ਕੁ ਹੈ? ਮਹਾਰਾਜ ਜੀ ਕਹਿੰਦੇ ਵਿਸਥਾਰ ਉਹਦਾ ਹੁੰਦਾ ਜਿਹਦਾ ਆਕਾਰ ਹੋਵੇ। ਉਹਦਾ ਤਾਂ ਆਕਾਰ ਹੀ ਕੋਈ ਨਹੀਂ, ਉਹ ਨਿਰੰਕਾਰ ਹੈ, ਉਹ ਆਕਾਰ ਤੋਂ ਰਹਿਤ ਹੈ। ਉਹਦੇ ਜਿਹੜੇ ਚਰਿਤ ਨੇ ਉਹ ਅਰੂਪ ਨੇ, ਉਪਮਾ ਤੋਂ ਰਹਿਤ ਹਨ। ਦੋਹਰਾ ਨਿਸ ਦਿਨ ਜਪ ਨਿਰੰਕਾਰ ਕੋ, ਇਸ ਤੇ ਪਰੇ ਨਾ ਕਾਰ। ਇਹਨਾਂ ਪੁੱਛਿਆ ਜੀ ਆਚਾਰ ਕਿਹੋ ਜਿਹਾ ਬਣਾਈਏ, ਆਚਰਣ ਆਪਣਾ, ਇਹ ਵੀ ਸਵਾਲ ਸੀ। ਮਹਾਰਾਜ ਜੀ ਕਹਿੰਦੇ ਰਾਤ ਦਿਨ ਉਸ ਨਿਰੰਕਾਰ ਦੇ ਜਾਪ ਨੂੰ ਜਪਣਾ, ਇਹਦੇ ਤੋਂ ਸ੍ਰੇਸ਼ਟ ਕੰਮ ਦੁਨੀਆ 'ਚ ਹੋਰ ਕੋਈ ਨਹੀਂ। ਇਹ ਸੰਸਾਰ ਵਿੱਚ ਸਭ ਤੋਂ ਸ੍ਰੇਸ਼ਟ ਕਰਮ, ਸਭ ਤੋਂ ਸ੍ਰੇਸ਼ਟ ਆਚਰਣ ਹੈ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਅੱਠੇ ਪੈਰ ਨਿਰੰਤਰ ਇੱਕ ਰਸ ਜਪਣਾ। ਸਤਿਨਾਮ ਵਾਹਿਗੁਰੂ, 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 ਸਤਿਨਾਮ
ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਜਾਪ ਨਿਸ ਦਿਨ ਦਾ ਮਤਲਬ ਹੁੰਦਾ ਵੀ ਰਾਤ ਦਿਨ ਜਪੀਏ। ਇਹਦੇ ਤੋਂ ਵਧੀਆ ਆਚਰਣ, ਇਹਦੇ ਤੋਂ ਸ੍ਰੇਸ਼ਟ ਕਾਰ ਦੁਨੀਆ 'ਚ ਕੋਈ ਨਹੀਂ। ਹੁਕਮੇ ਆਵਹਿ ਜਾਵਈ ਹੁਕਮ ਸਮਾਏ ਵਿਚਾਰ। ਤੇਰੇ ਨਾਲ ਪੁੱਛਿਆ ਜੀਵ ਕਿੱਥੋਂ ਆਉਂਦਾ, ਕਿੱਥੇ ਜਾਂਦਾ ਤੇ ਕਿੱਥੇ ਸਮਾ ਜਾਂਦਾ? ਪਾਤਸ਼ਾਹ ਇਹਦਾ ਜਵਾਬ ਦਿੰਦੇ, ਕਹਿੰਦੇ ਉਹਦੇ ਹੁਕਮ 'ਚ ਹੀ ਆਉਂਦਾ ਹੈ। ਜਦੋਂ ਹੁਕਮ ਕਰਦਾ ਭੇਜ ਦਿੰਦਾ, ਤੇ ਜਦੋਂ ਹੁਕਮ ਕਰਦਾ ਉਦੋਂ ਬੁਲਾ ਲੈਂਦਾ। ਇਹ ਪਰਮੇਸ਼ਰ ਦੇ ਹੁਕਮ 'ਚ ਹੀ ਜਾਂਦਾ, ਔਰ ਹੁਕਮ ਦੇ ਵਿੱਚ ਹੀ ਉਹਦੇ 'ਚ ਸਮਾ ਕੇ ਅਭੇਦ ਹੋ ਜਾਂਦਾ। ਉਸ ਹੁਕਮੀ ਵਿੱਚ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਿਹਾ ਸਮਾਈ। ਹੁਕਮ 'ਚ ਹੀ ਆਉਂਦਾ, ਹੁਕਮ 'ਚ ਹੀ ਜਾਂਦਾ, ਔਰ ਉਹਦੇ ਹੁਕਮ ਦੇ ਵਿੱਚ ਹੀ ਉਹਦੇ 'ਚ ਸਮਾ ਜਾਂਦਾ ਹੈ। ਕਿੱਥੋਂ ਉਪਜਿਆ ਕਹਿ ਰਹਿ ਕਹਿ ਮਾਹੇ ਸਮਾਵੈ। ਕਿੱਥੋਂ ਉਪਜਿਆ, ਕਿੱਥੇ ਰਹਿੰਦਾ, ਕਿੱਥੇ ਸਮਾ ਜਾਂਦਾ। ਪਾਤਸ਼ਾਹ ਕਹਿੰਦੇ ਉਹਦੇ ਹੁਕਮ 'ਚ ਹੀ ਆਉਂਦਾ, ਹੁਕਮ 'ਚ ਹੀ ਜਾਂਦਾ ਹੈ, ਔਰ ਉਹਦੇ ਹੁਕਮ 'ਚ ਹੀ ਸਮਾ ਜਾਂਦਾ ਹੈ। ਚੌਪਈ ਸੁਨ ਗੋਰਖ ਪੁਨ ਬਚਨ ਉਚਾਰੇ। ਜਦੋਂ ਮਹਾਰਾਜ ਜੀ ਨੇ ਜਵਾਬ ਦਿੱਤੇ ਤੇ ਗੋਰਖਨਾਥ ਬੋਲਿਆ, ਮੇਲੇ ਅਚਲ ਚਲਹੁ ਸੰਘਾਰੇ। ਕਹਿਣ ਲੱਗੇ ਨਾਨਕ ਜੀ, ਅਚਲ ਬਟਾਲੇ ਦੀ ਧਰਤੀ ਤੇ ਸ਼ਿਵਰਾਤਰੀ ਦਾ ਬੜਾ ਵੱਡਾ ਮੇਲਾ ਲੱਗਦਾ ਜੇ। ਉੱਥੇ ਅਸੀਂ ਸਾਰੇ ਸਿੱਧ ਯੋਗੀ ਜਾਂਦੇ। ਬੜਾ ਵੱਡਾ ਸ਼ਿਵਰਾਤਰੀ ਦਾ ਮੇਲਾ, ਕਿਉਂਕਿ ਸ਼ਿਵ ਜੀ ਦਾ ਭਗਵਾਨ ਦਾ ਉੱਥੇ ਮੰਦਿਰ ਹੈ ਬੜਾ ਪ੍ਰਸਿੱਧ ਸਰੋਵਰ ਦੇ ਤਾਲ ਤੇ। ਬਟਾਲੇ ਜਾਓ, ਉੱਥੇ ਨੇੜੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਵੀ ਸਥਾਨ ਗੁਰਦੁਆਰਾ ਅਚਲ ਸਾਹਿਬ। ਸਾਹਮਣੇ ਸ਼ਿਵ ਜੀ ਦਾ ਮੰਦਿਰ ਹੈ, ਸਰੋਵਰ ਦੇ ਵਿੱਚ ਵੀ, ਤਾਲ ਦੇ ਵਿੱਚ ਵੀ ਬਣਿਆ। ਉੱਥੇ ਸ਼ਿਵਰਾਤਰੀ ਦਾ ਬੜਾ ਵੱਡਾ ਮੇਲਾ ਪੁਰਾਣਾ ਲੱਗਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਹੈ ਕਿ ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਜਾਈ। ਸ਼ਿਵਰਾਤਰੀ ਦੇ ਮੇਲੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਅਚਲ ਬਟਾਲੇ ਆਏ ਸਨ। ਇੱਥੇ ਸਿੱਧਾਂ ਦੇ ਨਾਲ ਮਹਾਰਾਜ ਜੀ ਦੀ ਗੋਸ਼ਟੀ ਵੀ ਹੋਈ ਹੈ। ਗੋਰਖਨਾਥ ਕਹਿਣ ਲੱਗਾ, ਮਹਾਰਾਜ ਸ਼ਿਵਰਾਤਰੀ ਦਾ ਮੇਲਾ ਹੈ ਅਚਲ ਬਟਾਲੇ, ਆਪ ਜੀ ਚੱਲੋ ਸਾਡੇ ਨਾਲ, ਅਸੀਂ ਉੱਥੇ ਜਾ ਰਹੇ ਹਾਂ। ਬੂਝਿਓ ਗੁਰੂ ਕਿਤੇ ਕਸੋ ਦੂਰੰ। ਸਤਿਗੁਰੂ ਜੀ ਅਣਜਾਣ ਜੇ ਬਣੇ ਪੁੱਛਦੇ ਆ, ਜਾਣੀ ਜਾਣ ਸਤਿਗੁਰੂ। ਮਹਾਰਾਜ ਕਹਿੰਦੇ, ਗੋਰਖਨਾਥ ਜੀ, ਉਹ ਅਚਲ ਬਟਾਲਾ ਜਿੱਥੇ ਆਪਾਂ ਬੈਠੇ ਆ, ਇੱਥੋਂ ਕਿੰਨੀ ਕੁ ਦੂਰੀ ਤੇ ਹੈ? ਹਾਂਜੀ। ਕਬ ਕੋ ਮੇਲਾ ਹੋਵੈ ਪੂਰੰ। ਉੱਥੇ ਕਦੋਂ ਦਾ ਮੇਲਾ ਆਰੰਭ ਹੋਣਾ, ਕਦੋਂ ਮੇਲਾ ਲੱਗਣਾ? ਖਸ਼ਟ ਸਹਸ ਹੈ ਪੰਥ ਦੁਹੇਲਾ। ਉਹਨੇ ਦੱਸਿਆ, ਕਹਿੰਦਾ ਜੀ 600 ਕੋਹ ਦਾ ਇੱਥੋਂ ਪੈਂਡਾ ਬੜਾ ਔਖਾ ਕਠਨ। ਕੱਲ ਕੋ ਮੇਲਾ ਹੋਏ ਸਕੇਲਾ। ਉੱਥੇ ਕੱਲ ਨੂੰ ਮੇਲਾ ਲੱਗਣਾ, ਕੱਲ ਦਾ ਮੇਲਾ ਹੈ, ਉੱਥੇ ਕੱਲ ਨੂੰ ਆਰੰਭ ਹੋਣਾ। ਸੁਨ ਗੋਰਖ ਤੁਮ ਅਜਮਤ ਵਾਨਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਗੋਰਖਨਾਥ ਤੂੰ ਤਾਂ ਕਰਾਮਾਤੀ, ਤੇਰੇ ਆ ਜਿਹੜੇ ਚੇਲੇ ਚਾਟੜੇ ਨੇ ਇਹ ਵੀ ਸਾਰੇ ਕਰਾਮਾਤੀ ਤੇ ਅਜਮਤੀ ਹਨ। ਉੱਡ ਕਰ ਜਾਹੇ ਬੇਗ ਤਹਿ ਥਾਨਾ। ਤੁਸੀਂ ਤੇ ਉੱਡ ਕੇ ਝੱਟ ਪਹੁੰਚ ਜਾਣਾ ਉੱਥੇ। 600 ਮੀਲ ਕਿਹੜਾ ਤੁਹਾਡੇ ਲਈ ਜ਼ਿਆਦਾ? ਮਹਾਰਾਜ ਜੀ ਕਹਿੰਦੇ ਕੱਲ ਨੂੰ ਮੇਲਾ ਹੈ, ਤੁਸੀਂ ਤਾਂ ਇੱਥੋਂ ਉੱਡ ਕੇ ਉਡਾਰੀ ਮਾਰਨੀਆਂ ਤੇ ਝੱਟ ਉੱਥੇ ਪਹੁੰਚ ਜਾਣਾ। ਹਮ ਤੋ ਮੰਦ ਮੰਦ ਤਹ ਆਵੈ। ਮਹਾਰਾਜ ਜੀ ਕਹਿੰਦੇ ਅਸੀਂ ਨਿਰੰਕਾਰ ਦੇ ਆਸਰੇ ਆਉਣਾ। ਸਾਡੇ ਕੋਲ ਤਾਂ ਨਿਰੰਕਾਰ ਦਾ ਆਸਰਾ ਹੈ, ਤੁਹਾਡੇ ਕੋਲ ਕਰਾਮਾਤਾਂ ਦੇ ਆਸਰੇ ਨੇ, ਤੁਸੀਂ ਉਹਦੇ ਨਾਲ ਉੱਡ ਜਾਣਾ, ਪਹੁੰਚ ਜਾਣਾ ਉੱਥੇ। ਅਸੀਂ ਤਾਂ ਨਿਰੰਕਾਰ ਦੇ ਆਸਰੇ ਆਉਣਾ, ਜਿਵੇਂ ਉਹਨੇ ਲੈ ਕੇ ਆਉਣਾ ਸਹਿਜੇ ਸਹਿਜੇ। ਜਾਏ ਕਾਲ ਸੋ ਉੱਡ ਕੇ ਜਾਵੈ। ਕਹਿੰਦੇ ਤੁਸੀਂ ਤਾਂ ਇੱਥੋਂ ਉੱਡ ਕੇ ਚਲੇ ਜਾਣਾ। ਹਮਰੋ ਤੁਮਰੋ ਸੰਗ ਨ ਹੋਈ। ਤੁਹਾਡਾ ਸਾਡਾ ਕਾਹਦਾ ਸੰਗ? ਤੁਸੀਂ ਜਾਣਾ ਉੱਡ ਕੇ, ਅਸੀਂ ਜਾਣਾ ਨਿਰੰਕਾਰ ਦੇ ਆਸਰੇ। ਤੁਸੀਂ ਜਾਣਾ ਆਪਣੀ ਅਜਮਤ ਤੇ ਕਰਾਮਾਤ ਦੇ ਬਲ ਨਾਲ। ਸਾਡਾ ਤੁਹਾਡਾ ਕਾਹਦਾ ਸੰਗ ਹੋਇਆ ਭਾਈ? ਮਹਾਰਾਜ ਜੀ ਇਉਂ ਬੋਲਦੇ, ਬੜੇ ਭੋਲੇ ਜਿਹੇ ਹੋ ਕੇ। ਇਹਨੂੰ ਕਹਿੰਦੇ ਆ ਸਭ ਕੁਝ ਜਾਣਦਿਆਂ ਵੀ ਅਣਜਾਣ ਹੋ ਕੇ ਰਹਿਣਾ, ਬਲ ਦੇ ਹੁੰਦਿਆਂ ਹੋਇਆਂ ਵੀ ਨਿਮਾਣੇ ਬਣ ਕੇ ਰਹਿਣਾ। ਖਾਲਸਾ ਜੀ ਐਸੀ ਅਵਸਥਾ 'ਚ ਸਤਿਗੁਰੂ ਵਿਚਰ ਰਹੇ ਹਨ। ਸ਼ਕਤ ਅਸ਼ਕਤ ਮੇਲ ਨਹਿ ਕੋਈ। ਮਹਾਰਾਜ ਕਹਿੰਦੇ ਤੁਸੀਂ ਹੋ ਸ਼ਕਤੀਵਾਨ, ਅਸੀਂ ਅਸ਼ਕਤ। ਅਸ਼ਕਤ ਮਤਲਬ ਸਾਡੇ ਕੋਲ ਕੋਈ ਸ਼ਕਤੀ ਨਹੀਂ। ਹੁਣ ਸ਼ਕਤੀਵਾਨ ਤੇ ਅਸ਼ਕਤ ਬੰਦੇ ਦਾ ਮੇਲ ਕੀ ਹੋਇਆ?
ਤੁਹਾਡਾ ਸਾਡਾ ਕਾਹਦਾ ਮੇਲ ਹੋਇਆ। दोहरा तुम जब गए सुमेर पर कौन से उडारी जोर। ਹੁਣ ਗੋਰਖਨਾਥ ਬੋਲਿਆ, ਕਹਿੰਦਾ ਜੀ ਜਦੋਂ ਤੁਸੀਂ ਸੁਮੇਰ ਪਰਬਤ ਤੇ ਗਏ ਸੀ ਉੱਥੇ ਤੁਸਾਂ ਨੇ ਆਪਣੀ ਕੌਂਸ, ਕੌਂਸ ਕਹਿੰਦੇ ਨੇ ਖੜਾਮ ਨੂੰ, ਆਪਣੀ ਖੜਾਮ ਉਡਾਈ ਸੀ। शकत दिखाई सबन को कहाँ गयो बल तोर। ਉਦੋਂ ਤਾਂ ਤੁਸੀਂ ਸਾਨੂੰ ਸਾਰਿਆਂ ਨੂੰ ਆਪਣੀ ਅਜ਼ਮਤ ਵਿਖਾਈ ਸੀ, ਉਹ ਕਿੱਥੇ ਗਈ ਤੁਹਾਡੀ ਅਜ਼ਮਤ, ਤੁਹਾਡੀ ਉਹ ਸ਼ਕਤੀ, ਉਹ ਕਰਾਮਾਤ ਕਿੱਥੇ ਚਲੀ ਗਈ। चौपई हरी गई क्यों शकत तुम्हारी। ਕਹਿਣ ਲੱਗਾ ਤੁਹਾਡੀ ਸ਼ਕਤੀ ਕਿਉਂ ਹਰੀ ਗਈ ਨਾਨਕ ਜੀ, ਤੁਹਾਡੀ ਸ਼ਕਤੀ ਕਿਹਨੇ ਖਿੱਚ ਲਈ। कर कै बाद काहे टिगहारी। ਕਿਤੇ ਐਸਾ ਤਾਂ ਨਹੀਂ ਵੀ ਕਿਸੇ ਨਾਲ ਚਰਚਾ ਕਰਕੇ ਉਹਦੇ ਕੋਲ ਆਪਣੀ ਕਰਾਮਾਤ ਹਾਰ ਗਏ ਹੋਵੋ, ਵੀ ਸਾਡੇ ਕੋਲੋਂ ਤਾਂ ਹਾਰੇ ਨਹੀਂ। ਹੋ ਸਕਦਾ ਕਿਸੇ ਹੋਰ ਨਾਲ ਚਰਚਾ ਕੀਤੀ ਹੋਵੇ ਤੇ ਤੁਸੀਂ ਆਪਣੀ ਅਜ਼ਮਤ, ਆਪਣੀ ਕਲਾ ਹਾਰ ਗਏ ਹੋਵੋ, ਕਿਤੇ ਐਸਾ ਤਾਂ ਨਹੀਂ। श्री गुर कह न मोहे उडाई। ਮਹਾਰਾਜ ਸੱਚੇ ਦਾ ਮਾਲਕ ਤਾਂ ਇੱਕ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਹੈ। सोई हमको जब उड़ावे। ਮਹਾਰਾਜ ਜੀ ਕਹਿੰਦੇ ਉਹੀ ਜਦੋਂ ਸਾਨੂੰ ਉਡਾਵੇਗਾ। ਤੁਸੀਂ ਉੱਡਣਾ ਆਪਣੀ ਤਾਕਤ ਨਾਲ, ਅਸੀਂ ਉੱਡਣਾ ਅਕਾਲ ਪੁਰਖ ਦੀ ਤਾਕਤ ਨਾਲ। ਜੇ ਉਹਨੇ ਸਾਨੂੰ ਉਡਾਇਆ चलिए तुम पीछे हमें आवे। ਤੇ ਅਸੀਂ ਵੀ ਉਡਾਵਾਂਗੇ, ਤੁਸੀਂ ਚੱਲੋ ਅਸੀਂ ਤੁਹਾਡੇ ਪਿੱਛੇ ਆਉਂਦੇ ਹਾਂ। सुन से धन सब लीन उडारी। ਇਹ ਕਹਿ ਕੇ ਸਿੱਧਾ ਨੇ ਉੱਥੋਂ ਉਡਾਰੀ ਲਈ, ਅਜਮਤੀ ਪੁਰਖ ਸਨ। गमने तूरन इच्छा चारी। ਔਰ ਆਪਣੀ ਇੱਛਾ ਦੇ ਸਹਿਤ ਚੱਲ ਪਏ। कितक काल पीछे जग साई। ਇਧਰ ਸਤਿਗੁਰੂ ਜੀ ਬੈਠੇ ਰਹੇ ਜਗਤ ਸਾਈਂ ਕੁਝ ਸਮਾਂ। पहुंचे पुरा जाए तिस थाई। ਬਾਦਸ਼ਾਹ ਕਹਿਣ ਲੱਗੇ ਚੱਲ ਬਾਲਿਆ ਆਪਾਂ ਵੀ ਚੱਲੀਏ। ਸਤ ਕਰਤਾਰ ਕਿਹਾ, ਹਾਲੇ ਗੋਰਖਨਾਥ ਹੋਣੀ ਨਹੀਂ ਸੀ ਪਹੁੰਚੇ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਤੋਂ ਪਹਿਲਾਂ ਹੀ ਅਚਲ ਬਟਾਲੇ ਦੀ ਧਰਤੀ ਤੇ ਆ ਬੈਠੇ। ऊंचे थाले के अचल मजारी। ਅਚਲ ਸਾਹਿਬ ਜਿੱਥੇ ਮਹਾਰਾਜ ਜੀ ਦਾ ਸਥਾਨ ਹੈ, ਉੱਚਾ ਟਿੱਬਾ ਸੀ, ਉਸ ਉੱਚੇ ਥਾਂ ਤੇ ਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੈਠ ਗਏ। देह पर बैठ सुहावत भारी। ਪਾਤਸ਼ਾਹ ਉਸ ਟਿੱਬੇ ਦੇ ਉੱਤੇ ਬੈਠੇ ਸ਼ੋਭਨੀਕ ਹੋ ਰਹੇ ਹਨ, ਉਹਦੇ ਤੇ ਬੈਠੇ ਸੁਭਾਏਮਾਨ ਹੋ ਰਹੇ ਹਨ। पीछे सिद्ध तहां सब आए। ਪਿੱਛੇ ਪਿੱਛੇ ਜਿਹੜੇ ਸਿੱਧ ਸਨ ਉਹ ਵੀ ਚੱਲ ਕੇ ਪਹੁੰਚ ਗਏ। देख आदेश आदेश लाए। ਔਰ ਵੇਖ ਕੇ ਸਤਿਗੁਰਾਂ ਨੂੰ ਵੀ ਇਹ ਤਾਂ ਸਾਡੇ ਤੋਂ ਪਹਿਲੋਂ ਹੀ ਪਹੁੰਚੇ ਹੋਏ ਆ। ਵੇਖਦਿਆਂ ਦੂਰੋਂ ਬੋਲੇ ਆਦੇਸ਼ ਆਦੇਸ਼। ਹਾਂਜੀ दोहरा कहो कैष्टि तू बड़ा टामन करत बनाए। ਕਹਿਣ ਲੱਗੇ ਜੀ ਤੁਸੀਂ ਤਾਂ ਬੜੇ ਇਸ਼ਟੀ ਹੋ। ਇਸ਼ਟੀ ਦਾ ਮਤਲਬ ਵੀ ਬੜਾ ਟੂਣਾ ਟਾਮਣ ਜਾ ਕਰ ਲੈਂਦੇ ਹੋ। ਸਾਨੂੰ ਕਹਿੰਦੇ ਹੋ ਵੀ ਮੇਰੇ ਕੋਲ ਸ਼ਕਤੀ ਕੋਈ ਨਹੀਂ। ਮਹਾਰਾਜ ਜੀ ਕਹਿੰਦੇ ਸ਼ਕਤੀ ਵਾਕਈ ਤੁਹਾਨੂੰ ਜੋ ਕਿਹਾ ਸੱਚ ਹੀ ਕਿਹਾ। ਅਸੀਂ ਆਖਿਆ ਸਾਡੇ ਕੋਲ ਨਹੀਂ ਸ਼ਕਤੀ, ਸ਼ਕਤੀ ਅਕਾਲ ਪੁਰਖ ਦੀ ਹੈ। ਉਹਦੀ ਸ਼ਕਤੀ ਹੋਈ ਤੇ ਉਹਦੀ ਸ਼ਕਤੀ ਨਾਲ ਉੱਡਾਵਾਂਗੇ, ਸਾਨੂੰ ਉਹਦਾ ਆਸਰਾ। ਇਹ ਤਾਂ ਨਹੀਂ ਆਖਿਆ ਵੀ ਅਸੀਂ ਆਪਣੀ ਸ਼ਕਤੀ ਨਾਲ ਆਵਾਂਗੇ। ਪਾਤਸ਼ਾਹ ਕਹਿਣ ਲੱਗੇ ਵੀ ਸਾਡੇ ਕੋਲ ਅਕਾਲ ਪੁਰਖ ਦੀ ਚੇਤਨਾ ਹੈ। ਇਹ ਕਹਿੰਦੇ ਜੀ ਤੁਸੀਂ ਤਾਂ ਬੜਾ ਟਾਮਣ ਕਰਨਾ ਜਾਣਦੇ ਹੋ, ਤੁਸੀਂ ਤਾਂ ਝੱਟ ਸਾਡੇ ਤੋਂ ਪਹਿਲਾਂ ਪਹੁੰਚ ਗਏ। तो पिछेरे सबन ते पूरब पहुंचे ताए। ਤੁਸੀਂ ਤਾਂ ਸਾਡੇ ਤੋਂ ਸਾਰਿਆਂ ਤੋਂ ਪਿੱਛੇ ਸੀ ਤੇ ਸਾਡੇ ਤੋਂ ਸਾਰਿਆਂ ਤੋਂ ਪਹਿਲਾਂ ਪਹੁੰਚ ਗਏ। ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਦਰਸ਼ਨ ਵੇਖਣ ਕਾਰਣੇ ਸਗਲੀ ਉਲਟ ਪਈ ਲੋਕਾਈ। ਮਹਾਰਾਜ ਜੀ ਦੇ ਦਰਸ਼ਨਾਂ ਨੂੰ ਬੜੀ ਲੋਕਾਈ ਉੱਥੇ ਪਹੁੰਚ ਗਈ ਵੀ ਗੁਰੂ ਨਾਨਕ ਸਾਹਿਬ ਆਏ ਹਨ।
ਸੰਤੋ ਇਹ ਸਿੱਧ ਕਹਿਣ ਲੱਗੇ ਜੀ ਤੁਸੀਂ ਤਾਂ ਸਾਡੇ ਤੋਂ ਪਹਿਲਾਂ ਪਹੁੰਚ ਗਏ। ਚੌਪਈ ਇਸ਼ਟ ਹਮਾਰਾ ਏਕੰਕਾਰਾ। ਇਹ ਕਹਿਣ ਲੱਗੇ ਜੀ ਤੁਸੀਂ ਤਾਂ ਬੜੇ ਇਸ਼ਟੀ ਹੋ। ਮਹਾਰਾਜ ਜੀ ਕਹਿੰਦੇ ਸਾਡਾ ਇਸ਼ਟ ਏਕੰਕਾਰ ਅਕਾਲ ਪੁਰਖ ਪਰਮੇਸ਼ਵਰ ਹੈ। ਏਕੰਕਾਰ ਅਕਾਲ ਪੁਰਖ ਵਾਹਿਗੁਰੂ ਉਹ ਸਾਡਾ ਇਸ਼ਟ ਹੈ। ਗੁਰ ਕੇ ਸ਼ਬਦ ਕਰਿਓ ਨਿਸਤਾਰਾ। ਔਰ ਗੁਰੂ ਦੇ ਸ਼ਬਦ ਨਾਲ ਸਾਡਾ ਨਿਸਤਾਰਾ ਹੈ। ਸ਼ੰਭੂਨਾਥ ਹੈ ਦੁਰਮਤ ਭੀਨਾ। ਸਾਹਮਣੇ ਸ਼ੰਭੂਨਾਥ ਖੜਾ ਸੀ। ਸ਼ੰਭੂਨਾਥ ਜਿਹੜਾ ਖੋਟੀ ਮਤ ਦਾ ਧਾਰਨੀ ਹੈ। ਬਿਨ ਕਰਤਾਨ ਆਨ ਮਤ ਲੀਨਾ। ਉਹਨੇ ਕਰਤਾ ਪੁਰਖ ਪਰਮੇਸ਼ਰ ਤੋਂ ਬਿਨਾਂ ਹੋਰ ਮਤ ਧਾਰਨ ਕੀਤਾ ਹੋਇਆ। ਸਭ ਸਿੱਧਨ ਨਿਜ ਆਸਨ ਲਾਏ। ਜਿੰਨੇ ਸਿੱਧ ਸੀ ਸਾਰਿਆਂ ਨੇ ਆਪੋ ਆਪਣੇ ਆਸਣ ਲਾ ਲਏ। ਲੋਕਨ ਤੇ ਬਹੁ ਪੂਜ ਕਰਾਏ। ਸਿੱਧ ਬੈਠੇ ਆਪਣੀ ਪੂਜਾ ਕਰਾਉਣ ਲੱਗੇ। ਸ੍ਰੀ ਗੁਰ ਕੀ ਮਨਤਾ ਬਹੁ ਹੋਈ। ਹੁਣ ਸਿੱਧਾਂ ਵੱਲ ਕੋਈ ਆਵੇ ਨਾ, ਸਤਿਗੁਰਾਂ ਦੇ ਵੱਲ ਹਜ਼ਾਰਾਂ ਲੋਕ ਇਕੱਠੇ ਹੋ ਕੇ ਆ ਗਏ। ਭਾਈ ਗੁਰਦਾਸ ਜੀ ਕਹਿੰਦੇ ਆ ਵੀ ਸਾਰੀ ਧਰਤੀ ਉਲਟ ਕੇ ਆ ਗਈ ਮਹਾਰਾਜ ਜੀ ਦੇ ਚਰਨਾਂ ਵੱਲ। ਮਹਾਰਾਜ ਜੀ ਦੇ ਚਰਨਾਂ 'ਚ ਲੱਗੀ ਵਰਸਣ ਲక్ష్ਮੀ। ਪਾਤਸ਼ਾਹ ਦੇ ਚਰਨਾਂ 'ਚ ਚੜਾਵਾ ਚੜਨ ਲੱਗਾ, ਢੇਰ ਲੱਗ ਗਏ। ਸਿੱਧਾਂ ਨੂੰ ਨਾ ਕੋਈ ਪੁੱਛੇ। ਹੁਣ ਜਿੱਥੇ ਸੂਰਜ ਚੜਿਆ ਹੋਵੇ ਉੱਥੇ ਦੀਵੇ ਦੀ ਲੋ ਦਾ ਕੀ ਮਾਇਨਾ ਰਹਿ ਜਾਂਦਾ। ਜਿੱਥੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਬੈਠੇ ਹੋਣ ਉੱਥੇ ਨਾ ਸਿੱਧਾਂ ਦੀ ਕੀ ਮਾਨਤਾ ਰਹਿਣੀ ਸੀ, ਕੀ ਪੂਜਾ ਹੋਣੀ ਸੀ। ਸਤਿਗੁਰਾਂ ਦਾ ਪ੍ਰਤਾਪ ਹੀ ਇੰਨਾ ਵੀ ਸਾਰੀ ਲੋਕਾਈ ਸਤਿਗੁਰਾਂ ਨੂੰ ਪੂਜ ਰਹੀ ਹੈ। ਸਿੱਧ ਬਿਲੋਕ ਗਏ ਜਰ ਸੋਈ। ਹੁਣ ਜਿਹੜੇ ਸਿੱਧ ਸੀ ਉਹ ਵੇਖ ਕੇ ਸੜ ਗਏ, ਕਿਉਂਕਿ ਉਹਨਾਂ ਨਾਲੋਂ ਵੱਧ ਪ੍ਰਤਾਪ ਅੱਗੇ ਆਉਂਦੇ ਸੀ। ਨਾ ਸਿੱਧਾਂ ਦੀ ਪੂਜਾ ਹੁੰਦੀ ਸੀ, ਇਹਨਾਂ ਦਾ ਮੇਲਾ ਸੀ, ਸਿੱਧਾਂ ਦਾ ਹੀ ਜੋਗੀਆਂ ਦਾ ਹੀ ਮੇਲਾ ਹੁੰਦਾ ਸੀ। ਇੱਥੇ ਬੜੀ ਦੁਨੀਆ ਇਹਨਾਂ ਨੂੰ ਪੂਜਦੀ ਸੀ ਆ ਕੇ। ਇਸ ਵਾਰ ਕਿਸੇ ਨੇ ਪੁੱਛਿਆ ਹੀ ਨਹੀਂ ਇਹਨਾਂ ਨੂੰ, ਕੋਈ ਵਿਰਲਾ ਟਾਵਾਂ ਹੀ ਆਇਆ ਇਹਨਾਂ ਪਾਸ। ਸਤਿਗੁਰਾਂ ਦੀ ਪੂਜਾ ਹੁੰਦੀ ਵੇਖ ਕੇ ਹਿਰਦੇ 'ਚ ਸੜ ਗਏ। ਮੇਲਾ ਵਿਚਰ ਗਇਓ ਜਿਸ ਬੇਰੇ। ਜਦੋਂ ਖਾਲਸਾ ਜੀ ਮੇਲਾ ਵਿਛੜ ਗਿਆ, ਯਾਨੀ ਕਿ ਮੇਲਾ ਸਮਾਪਤ ਹੋ ਗਿਆ। ਸਿੱਧ ਗਏ ਸਭ ਆਪਣੇ ਡੇਰੇ। ਜਿੰਨੇ ਸਿੱਧ ਸੀ ਜਿੱਥੇ ਜਿੱਥੇ ਇਹਨਾਂ ਦੇ ਡੇਰੇ ਨੇ ਚਲੇ ਗਏ। ਮੁਝ ਬੂਝਿਓ ਗੁਰ ਚਲਣੋ ਹਿਤ ਕੋ। ਸਤਿਗੁਰੂ ਜੀ ਭਾਈ ਬਾਲੇ ਨੂੰ ਪੁੱਛਦੇ, ਬਾਲਿਆ ਆਪਾਂ ਹੁਣ ਚੱਲੀਏ। ਲੈਨੋ ਸੰਗ ਮਰਦਾਨੇ ਸੁਤ ਕੋ। ਆਪਣੀ ਇੱਕ ਹੋਰ ਜ਼ਿੰਮੇਵਾਰੀ ਹੈ ਜਿਹੜੀ ਨਿਭਾਉਣੀ ਹੈ। ਆਪਾਂ ਭਾਈ ਮਰਦਾਨੇ ਦੇ ਪੁੱਤ ਸਜਾਦੇ ਨੂੰ ਨਾਲ ਲੈਣਾ। ਚਲੋ ਅਬੈ ਤਲਵੰਡੀ ਮਾਹੀ। ਚੱਲ ਚੱਲੀਏ ਬਾਲਿਆ, ਆਪਣੀ ਜਨਮ ਭੂਮੀ ਰਾਏ ਭੋਏ ਦੀ ਤਲਵੰਡੀ ਚੱਲੀਏ। ਖੁਰਮੇ ਨਗਰ ਪਹੁੰਚਾਵਹਿ ਤਾਹੀ। ਭਾਈ ਮਰਦਾਨੇ ਦੇ ਪੁੱਤਰ ਸਜਾਦੇ ਨੂੰ ਨਾਲ ਲੈ ਕੇ ਤੇ ਉਹਨੂੰ ਖੁਰਮੇ ਨਗਰ ਪਹੁੰਚਾਈਏ, ਜਿੱਥੇ ਭਾਈ ਮਰਦਾਨੇ ਦੇ ਸਰੀਰ ਦਾ ਆਪਾਂ ਅੰਤਮ ਸੰਸਕਾਰ ਕੀਤਾ। ਉਸ ਜਗ੍ਹਾ ਤੇ ਭਾਈ ਸਜਾਦੇ ਨੂੰ ਭਾਈ ਮਰਦਾਨੇ ਦੇ ਪੁੱਤਰ ਨੂੰ ਪਹੁੰਚਾਈਏ। ਦੈ ਸਿਰ ਪਾਓ ਬਿਠਾਏ ਬਲੇਰੇ। ਔਰ ਆਪਣੇ ਵੱਲੋਂ ਸਿਰੇ ਪਾਓ ਦੇ ਕੇ ਭਾਈ ਮਰਦਾਨੇ ਦੇ ਪੁੱਤ ਨੂੰ ਭਾਈ ਮਰਦਾਨੇ ਦੇ ਅੰਗੀਠੇ ਵਾਲੀ ਜਗ੍ਹਾ ਤੇ ਬਿਠਾਈਏ। ਉੱਥੇ ਰਹਿ ਕੇ ਉਹ ਸੇਵਾ ਕਰਨ, ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ। ਇਸ ਵਿਧ ਕਰਨ ਭਾਰ ਸਿਰ ਮੇਰੇ। ਮਹਾਰਾਜ ਜੀ ਕਹਿੰਦੇ ਭਾਰ ਹੈ ਸਾਡੇ ਸਿਰ ਤੇ ਕਿ ਮਰਦਾਨੇ ਦੇ ਪੁੱਤ ਨੂੰ ਭਾਈ ਮਰਦਾਨੇ ਦੇ ਅੰਗੀਠੇ ਤੱਕ ਪਹੁੰਚਾਈਏ। ਉੱਥੇ ਉਹਨਾਂ ਨੂੰ ਸਿਰੇ ਪਾਓ, ਦਸਤਾਰਬੰਦੀ ਕਰਕੇ ਉਸ ਜਗ੍ਹਾ ਤੇ ਬਿਠਾਈਏ। ਅਸ ਕਹਿ ਕੀਨ ਭਿਆਨੋ ਤੂਰਨ। ਏਦਾਂ ਕਹਿ ਕੇ ਸਤਿਗੁਰੂ ਜੀ ਨੇ ਅਚਲ ਬਟਾਲੇ ਤੋਂ ਚਾਲਾ ਮਾਰਿਆ। ਪਹੁੰਚੇ ਤਲਵੰਡੀ ਗੁਰਪੂਰਨ। ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਰਾਏ ਭੋਏ ਦੀ ਤਲਵੰਡੀ ਪਹੁੰਚੇ। ਏਕ ਕੋਪਿਓ ਪਰ ਤਹ ਜਾਈ। ਰਾਏ ਭੋਏ ਦੀ ਤਲਵੰਡੀ ਯਾਨੀ ਕਿ ਸ੍ਰੀ ਨਨਕਾਣਾ ਸਾਹਿਬ ਦੇ ਬਾਰ-ਬਾਰ ਇੱਕ ਖੂਹ ਤੇ ਮਹਾਰਾਜ ਜੀ ਨੇ ਡੇਰਾ ਕੀਤਾ। ਬੈਠ ਗਏ ਗਿਰਾਇਆ ਲਾਈ। ਖੂਹ ਦੇ ਕੰਢੇ ਤੇ ਬੈਠ ਗਏ। ਭਾਈ ਬਾਲੇ ਨੂੰ ਸਤਿਗੁਰੂ ਜੀ ਕਹਿਣ ਲੱਗੇ, ਇਹ ਤੋ ਮਾਤ ਪਿਤਰਾਏ ਪਛਾਨੋ। ਮਹਾਰਾਜ ਜੀ ਕਹਿੰਦੇ, ਬਾਲਿਆ ਇਹ ਉਹੀ ਨਗਰੀ ਹੈ ਜਿੱਥੇ ਸਾਡੇ ਪਿਆਰੇ ਭਾਈ ਰਾਏ ਬੁਲਾਰ ਜੀ ਰਿਹਾ ਕਰਦੇ ਸਨ। ਉਹ ਸੱਚਖੰਡ ਚਲੇ ਗਏ ਨੇ, ਪਰਲੋਕ ਗਮਨ ਕਰ ਗਏ ਨੇ। ਸਾਡੇ ਹਿਤੂ ਸਾਡੇ ਪਿਤਾ ਜੀ ਸਨ, ਸਾਡੇ ਹਿਤੂ ਸਾਡੇ ਮਾਤਾ ਜੀ ਸਨ, ਉਹ ਵੀ ਸੱਚਖੰਡ ਗਮਨ ਕਰ ਗਏ ਹਨ। ਹਾਂਜੀ, ਭਾ ਪਰਲੋਕ ਸਭਨ ਕੋ ਜਾਨੋ। ਬੜੇ ਬੜੇ ਪਿਆਰੇ ਹਿਤੂ ਸੀ ਸਾਡੇ ਇਸ ਨਗਰ ਵਿੱਚ,
ਸਾਡੇ ਕਈ ਸਨੇਹੀ ਮਿੱਤਰ ਸਨ, ਉਹ ਬਹੁਤ ਸਾਰੇ ਸੱਜਣ, ਬਹੁਤ ਸਾਰੇ ਮਿੱਤਰ ਉਹ ਸੱਚਖੰਡ ਚਲੇ ਗਏ ਹਨ, ਪਰਲੋਕ ਗਮਨ ਕਰ ਗਏ ਹਨ। ਚਾਚਾ ਲਾਲੂ ਜੀਵਤ ਅਬਹੀ। ਇਸ ਵਕਤ ਇਸ ਨਗਰ ਵਿੱਚ ਸਾਡੇ ਸਤਿਕਾਰਯੋਗ ਚਾਚਾ ਲਾਲੂ ਜੀ ਰਹਿ ਗਏ ਨੇ ਇਕੱਲੇ। ਤੇ ਸੁਣਿਆ ਜਿਹੜਾ ਸਾਡਾ ਘਰ ਹੈ ਉਹ ਵੀ ਖਾਲੀ ਪਿਆ ਹੋਇਆ, ਤੇ ਸਾਡੇ ਸਤਿਕਾਰਯੋਗ ਚਾਚਾ ਲਾਲੂ ਜੀ ਇਕੱਲੇ ਰਹਿ ਗਏ ਨੇ ਜੀਵਤ। ਸੋ ਹਮ ਕੋ ਦੇਖਹਿ ਗੋ ਜਬ ਹੀ। ਬਾਲਿਆ, ਜੇ ਅਸੀਂ ਨਗਰ ਵਿੱਚ ਗਏ, ਸਾਡੇ ਚਾਚਾ ਜੀ ਨੇ ਸਾਨੂੰ ਵੇਖ ਲਿਆ ਵੀ ਨਾਨਕ ਆਇਆ, ਜੇ ਉਹਨਾਂ ਨੇ ਵੇਖ ਲਿਆ ਬਹੁ ਹਿਤ ਕਰੈ ਨ ਜਾਵਨ ਦੇਹੀ। ਉਹ ਸਾਡੇ ਨਾਲ ਬਹੁਤ ਹਿੱਤ ਕਰਨਗੇ, ਉਹਨਾਂ ਨੇ ਸਾਨੂੰ ਜਾਣ ਨਹੀਂ ਦੇਣਾ। ਉਹਨਾਂ ਕਹਿਣਾ ਮੈਂ ਨਹੀਂ ਜਾਣ ਦੇਣਾ ਆਪਣੇ ਭਰਾ ਦੇ ਪੁੱਤ ਨੂੰ, ਮੇਰੇ ਭਰਾ ਦਾ ਘਰ ਖਾਲੀ ਪਿਆ, ਆ ਕੇ ਸਾਂਭੇ। ਇਉਂ ਉਹਨਾਂ ਨੇ ਸਾਡੇ ਨਾਲ ਸਨੇਹ ਕਰਨਾ, ਮੋਹ ਕਰਨਾ, ਤੇ ਸਾਨੂੰ ਜਾਣ ਨਹੀਂ ਦੇਣਾ। ਕਰ ਲਗਾਏ ਕਹਿ ਰੁਦਨ ਕਰੇਹੀ। ਸਾਨੂੰ ਗਲ ਲਾ ਕੇ ਰੋਣਗੇ, ਬੇਬਲ ਹੋਣਗੇ, ਵਿਆਕੁਲ ਹੋਣਗੇ। ਅਸੀਂ ਕਾਹਨੂੰ ਉਹਨਾਂ ਨੂੰ ਦੁਖੀ ਕਰਨਾ ਵੀ ਕੁਝ ਪਲਾਂ ਵਾਸਤੇ ਆਏ ਆ, ਨਾਲੇ ਸਾਡੇ ਕੋਲ ਸਮਾਂ ਨਹੀਂ ਹੈ ਇੱਥੇ ਟਿਕਣ ਦਾ। ਉਹਨਾਂ ਸਾਨੂੰ ਜਾਣ ਨਹੀਂ ਦੇਣਾ, ਰੋਕਣਗੇ, ਰੁਦਨ ਕਰਨਗੇ। ਸਿਮਰ ਭਏ ਜਾਵੋ ਬੁਰਮਾਹੀ। ਤੇ ਬਾਲਿਆ, ਤੂੰ ਵੀ ਉਹਨਾਂ ਦੀ ਅੱਖ ਤੋਂ ਆਪਣਾ ਆਪ ਬਚਾ ਕੇ ਸ਼ਾਮ ਜੇ ਨੂੰ ਜਾਈ, ਕਿ ਉਹਨਾਂ ਨੂੰ ਪਤਾ ਨਾ ਲੱਗੇ ਵੀ ਤੂੰ ਨਗਰ 'ਚ ਗਿਆ, ਨਾ ਉਹਨਾਂ ਨੂੰ ਇਹ ਪਤਾ ਲੱਗੇ ਵੀ ਅਸੀਂ ਆਏ ਹੋਏ ਆ। ਤੋਸ਼ਨ ਧਾਰ ਆਨੀਏ ਤਾਹੀ। ਤੂੰ ਭਾਈ ਮਰਦਾਨੇ ਦੇ ਘਰ ਜਾਈ, ਤੇ ਭਾਈ ਮਰਦਾਨੇ ਦੇ ਪੁੱਤਰ ਸਜਾਦੇ ਨੂੰ ਚੁੱਪਚਾਪ ਇੱਥੇ ਲੈ ਆਈ। ਹਮ ਨਹਿ ਨਗਰ ਮਝਾਰ ਬਧਾਰੈ। ਅਸੀਂ ਇਸ ਨਗਰ ਦੇ ਵਿੱਚ ਨਹੀਂ ਜਾਣਾ। ਲੈ ਵਹਿਰ ਤੇ ਤਹਾਂ ਸਿਧਾਰੈ। ਬਾਹਰੋਂ ਬਾਹਰ ਹੀ ਅਸੀਂ ਭਾਈ ਮਰਦਾਨੇ ਦੇ ਪੁੱਤ ਨੂੰ ਨਾਲ ਲਵਾਂਗੇ ਔਰ ਇੱਥੋਂ ਰੁਖਸਤ ਹੋਵਾਂਗੇ। ਆਏ ਸਪਾਏ ਤਬੈ ਮੈਂ ਗਇਓ। ਭਾਈ ਬਾਲਾ ਜੀ ਕਹਿੰਦੇ ਗੁਰਦੇਵ ਦਾ ਹੁਕਮ ਸੀ, ਮੇਰਾ ਕਰਤੱਵ ਹੈ ਹੁਕਮ ਦੀ ਪਾਲਣਾ ਕਰਨੀ। ਆਗਿਆ ਪ੍ਰਾਪਤ ਕਰਕੇ ਮੈਂ ਨਗਰ ਵਿੱਚ ਗਿਆ। ਕੋਈ ਨ ਪੁਰਮ ਹੈ ਜਾਣਤ ਭਇਓ। ਕਹਿੰਦੇ ਸ਼ਾਮ ਜੇ ਦੇ ਸਮੇਂ ਮੈਂ ਗਿਆ, ਕਿਸੇ ਨੂੰ ਨਹੀਂ ਪਤਾ ਲੱਗਾ ਨਗਰ ਵਿੱਚ ਵੀ ਬਾਲਾ ਆਇਆ। ਦਰ ਠਾਂਡੇ ਹੋਇਆ ਸਹਿਜ ਬੁਲਾਇਓ। ਭਾਈ ਮਰਦਾਨੇ ਦੇ ਦਰਾਂ ਮੂਹਰੇ ਜਾ ਕੇ ਭਾਈ ਬਾਲਾ ਜੀ ਕਹਿੰਦੇ ਮੈਂ ਆਵਾਜ਼ ਮਾਰੀ, ਸੁਨ ਸ਼ਹਿਜ਼ਾਦਾ ਬਾਹਰ ਆਇਓ। ਭਾਈ ਮਰਦਾਨੇ ਦਾ ਪੁੱਤਰ ਭਾਈ ਸਜਾਦਾ ਉਹ ਬਾਹਰ ਆਇਆ ਆਵਾਜ਼ ਸੁਣ ਕੇ ਭਾਈ ਬਾਲਾ ਜੀ ਦੀ। ਮੋਹ ਕੋ ਦੇਖਤ ਹਰਖਿਓ ਤਬ ਹੀ। ਭਾਈ ਬਾਲੇ ਨੂੰ ਵੇਖ ਕੇ ਉਹਦੇ ਸਰੀਰ 'ਚ ਮਾਨੋ ਜਿਵੇਂ ਪ੍ਰਾਣ ਪੈ ਗਏ ਹੁਣ। ਭਾਈ ਸਜਾਦਾ ਜੀ ਬੜੇ ਹੀ ਖੁਸ਼ ਹੋਏ। ਲਖਿਓ ਕਿ ਮਮ ਵਿਤ ਆਵ ਹੈ ਅਬ ਹੀ। ਭਾਈ ਸਜਾਦੇ ਨੂੰ ਇਉਂ ਪ੍ਰਤੀ ਭਾਈ ਬਾਲਾ ਜੀ ਆਏ ਨੇ, ਤੇ ਇਹਦਾ ਮਤਲਬ ਹੈ ਵੀ ਮੇਰੇ ਪਿਤਾ ਜੀ ਵੀ ਆ ਗਏ ਹੋਣਗੇ ਨਾਲ। ਭਾਈ ਸਜਾਦਾ ਜੀ ਕਿ ਉਹਨਾਂ ਇਸ ਕਰਕੇ ਖੁਸ਼ੀ ਹੋ ਰਹੀ ਹੈ ਕਿ ਭਾਈ ਬਾਲਾ ਜੀ ਆਏ ਨੇ, ਤੇ ਮੇਰੇ ਪਿਤਾ ਜੀ ਵੀ ਇਹਨਾਂ ਦੇ ਸਾਥੀ ਨੇ, ਉਹ ਵੀ ਆ ਗਏ ਹੋਣਗੇ। ਹਿਤ ਕਰ ਔਰ ਮਹਿ ਪਗ ਲਪਟਾਵਾ। ਕਹਿੰਦੇ ਬੜਾ ਹਿੱਤ ਕਰਕੇ ਭਾਈ ਸਜਾਦਾ ਜੀ ਭਾਈ ਬਾਲਾ ਜੀ ਦੇ ਚਰਨਾਂ ਨਾਲ ਲਪਟ ਗਏ, ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ। ਦੇ ਅਸੀਸ ਮੈਂ ਬਚਨ ਅਲਾਵਾ। ਭਾਈ ਬਾਲਾ ਜੀ ਕਹਿੰਦੇ ਭਾਈ ਸਜਾਦੇ ਨੇ ਜਦੋਂ ਮੱਥਾ ਟੇਕਿਆ, ਮੈਂ ਉਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਅਸੀਸ ਦਿੱਤੀ ਤੇ ਕਿਹਾ, ਸ਼੍ਰੀ ਗੁਰ ਵਹਿਰ ਅਹਕਾਰਤ ਤੋਹੀ। ਆਖਿਆ ਬੇਟਾ ਸਜਾਦਾ, ਚੱਲ ਬਾਹਰ, ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਆਏ ਬੈਠੇ ਨੇ, ਉਹ ਤੈਨੂੰ ਬਾਹਰ ਸੱਦਦੇ ਹਨ। ਲੈਨੇ ਹੇਤ ਪਠਾਇਓ ਮੋਹੀ। ਮੈਨੂੰ ਉਹਨਾਂ ਨੇ ਤੈਨੂੰ ਲੈਣ ਵਾਸਤੇ ਭੇਜਿਆ ਹੈ। ਦੋਹਰਾ ਮਮ ਪਿਤ ਕੋ ਛੋੜਿਓ ਕਹਾਂ, ਕਿਉਂ ਨਹਿ ਆਇਓ ਧਾਮ। ਭਾਈ ਸਜਾਦਾ ਜੀ ਪੁੱਛਦੇ ਭਾਈ ਬਾਲਾ ਜੀ ਨੂੰ, ਕਹਿਣ ਲੱਗੇ ਬਾਪੂ ਜੀ ਮੇਰੇ ਪਿਤਾ ਜੀ ਨੂੰ ਕਿੱਥੇ ਛੱਡ ਆਏ ਹੋ? ਉਹ ਨਹੀਂ ਆਏ ਤੁਹਾਡੇ ਨਾਲ? ਉਹ ਘਰ ਕਿਉਂ ਨਹੀਂ ਆਏ? ਉਹਨਾਂ ਨੂੰ ਕਿਉਂ ਬਾਹਰ ਬਿਠਾਇਓ? ਤੁਸੀਂ ਇਕੱਲੇ ਆਏ ਹੋ, ਪਿਤਾ ਜੀ ਕਿੱਥੇ ਹਨ? ਪ੍ਰਭ ਕਿਉਂ ਬੈਠੇ ਵਹਿਰਤ ਹੈ ਤਜ ਤਲਵੰਡੀ ਗ੍ਰਾਮ। ਤੇ ਪ੍ਰਭੂ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਉਂ ਬੈਠੇ ਨੇ ਬਾਹਰ ਤਲਵੰਡੀ ਛੱਡ ਕੇ, ਜਦੋਂ ਉਹਨਾਂ ਦੇ ਇੱਥੇ ਆਪਣੇ ਪਰਿਵਾਰ ਨੇ, ਆਪਣਾ ਘਰ ਹੈ। ਚੋਪਈ ਗੁਰ ਟਿਕ ਚਲੋ ਅਵਾਰ ਨ ਲਾਵੋ। ਮਹਾਰਾਜ ਜੀ ਜਦੋਂ ਭਾਈ ਸਜਾਦੇ ਨੇ ਏਦਾਂ ਬੇਨਤੀ ਕੀਤੀ, ਭਾਈ ਬਾਲਾ ਜੀ ਕਹਿੰਦੇ ਸਜਾਦਿਆ ਬਹੁਤੇ ਸਵਾਲ ਜਵਾਬ ਨਾ ਕਰ,
ਤੂੰ ਛੇਤੀ ਮੇਰੇ ਨਾਲ ਸਤਿਗੁਰਾਂ ਦੇ ਕੋਲ ਚੱਲ। ਸਭ ਹੀ ਉੱਤਰ ਤਿਨ ਤੇ ਪਾਵੋ। ਤੂੰ ਜਿੰਨੇ ਸਵਾਲ ਕਰਨੇ ਨੇ ਉਹਨਾਂ ਨੂੰ ਚੱਲ ਕੇ ਕਰੀ, ਸਤਿਗੁਰੂ ਜੀ ਤੇਰੇ ਸਵਾਲਾਂ ਦਾ ਜਵਾਬ ਦੇਣਗੇ। ਸ਼ਹਿਜ਼ਾਦੇ ਕੇ ਭਾਗ ਵਡੇਰੇ। ਭਾਈ ਸਜਾਦੇ ਦੇ ਭਾਗ ਸਵੱਲੇ, ਭਾਈ ਮਰਦਾਨੇ ਦੇ ਪੁੱਤਰਾਂ ਦੇ ਭਾਗ ਸਵੱਲੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੁਸ਼ਤ ਦਰ ਪੁਸ਼ਤ ਆਪਣੇ ਘਰ ਨਾਲ ਭਾਈ ਮਰਦਾਨੇ ਦੀ ਸਾਂਝ ਪਾ ਲਈ ਹੈ। ਸਦਾ ਸਾਂਝ ਪੁਸ਼ਤੈਨੀ ਕੇਰੀ, ਭਾਈ ਮਰਦਾਨੇ ਦੀ ਪੁਸ਼ਤੈਨੀ ਸਾਂਝ ਆਪਣੇ ਘਰ ਨਾਲ ਪਾ ਲਈ ਕਿ ਰਬਾਬੀ ਬਣ ਕੇ ਗੁਰੂ ਨਾਨਕ ਦੇ ਘਰ ਵਿੱਚ ਕੀਰਤਨ ਕਰਦੇ ਰਹਿਣਗੇ। ਹੁਣ ਵੀ ਭਾਈ ਮਰਦਾਨਾ, ਜਦੋਂ ਦੇਸ਼ ਦੀ ਵੰਡ ਹੋਈ, ਦੇਸ਼ ਦੀ ਵੰਡ ਸਮੇਂ ਕੁਝ ਪਰਿਵਾਰ ਭਾਈ ਮਰਦਾਨਾ ਜੀ ਦੇ ਉੱਧਰ ਲਹਿੰਦੇ ਪੰਜਾਬ 'ਚ ਰਹਿ ਗਏ। ਭਾਈ ਲਾਲ ਜੀ ਵਰਗੇ ਮਹਾਨ ਕੀਰਤਨੀਏ ਭਾਈ ਮਰਦਾਨਾ ਜੀ ਦੀ ਅੰਸ਼ ਵੰਸ਼ 'ਚੋਂ ਕੁਝ ਪਰਿਵਾਰ ਭਾਈ ਮਰਦਾਨਾ ਜੀ ਦੇ ਪਰਿਵਾਰ 'ਚੋਂ ਇੱਧਰ ਆ ਗਏ, ਜਿਨ੍ਹਾਂ ਵਿੱਚੋਂ ਕੁਝ ਪਰਿਵਾਰ ਇੱਥੇ ਪਟਿਆਲੇ 'ਚ ਰਹਿੰਦੇ ਐ। ਔਰ ਇੱਕ ਜਥਾ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਨਿਭਾਉਂਦੇ। ਹੁਣ ਬਹੁਤ ਪਰਿਵਾਰ ਰਾਗੀ ਸਿੰਘ ਉਹਨਾਂ ਦੇ ਪਰਿਵਾਰ 'ਚੋਂ ਭਾਈ ਮਰਦਾਨੇ ਕੇ ਉਹ ਫੈਲੇ ਹੋਏ ਹਨ, ਉਹਨਾਂ ਦੀ ਅੰਸ਼ ਵੰਸ਼ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਕ ਭਾਈ ਸਜਾਦਾ ਜੀ, ਜਿਨ੍ਹਾਂ ਦੇ ਭਾਗ ਸਵੱਲੇ ਹੋਏ ਨੇ, ਜਾਗੇ ਹਨ। ਚਲਿਓ ਸੰਗ ਨਹਿਲਾਈ ਦੇਰੇ। ਉਸੇ ਵੇਲੇ ਭਾਈ ਸਜਾਦਾ ਜੀ ਭਾਈ ਬਾਲਾ ਜੀ ਦੇ ਨਾਲ ਚੱਲ ਪਏ, ਦੇਰੀ ਨਹੀਂ ਲਾਈ। ਜਾਏ ਜਬੈ ਦਰਸ਼ਨ ਕੋ ਕੀਨੋ। ਜਾ ਕੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ। ਚਰਨਾ ਬੁਝ ਮਹਿ ਸਿਰ ਧਰ ਦੀਨੋ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਸੋਹਣੇ ਜੇ ਚਰਨ ਕਮਲਾਂ ਉੱਤੇ ਸੀਸ ਝੁਕਾ ਕੇ ਮੱਥਾ ਟੇਕਿਆ। ਸ੍ਰੀ ਗੁਰ ਤੇ ਸੋ ਗਿਰਾਇਆ ਲਾਈ। ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਤੋਹੇ ਤਾਤ ਕੀ ਬੈਸ ਬਿਹਾਈ। ਮਹਾਰਾਜ ਜੀ ਹੁਕਮ ਕਰੋ। ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਸਜਾਦਿਆ ਤੇਰੇ ਪਿਤਾ ਦੀ ਉਮਰ ਬੀਤ ਗਈ ਹੈ। ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਉਮਰ ਬੀਤ ਗਈ ਹੈ। ਭਇਓ ਕਾਲ ਬਸ ਤੇ ਕੋ ਜਾਨ। ਔਰ ਉਹ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਕੇ ਅਭੇਦ ਹੋ ਗਏ ਹਨ। ਜਹ ਖੁਰਮਾਪੁਰ ਅਹ ਮਹਾਨ। ਅਫਗਾਨਿਸਤਾਨ ਵਿੱਚ ਕੁਰਮ ਦਰਿਆ ਦੇ ਕਿਨਾਰੇ ਕੁਰਮਾਪੁਰ ਨਗਰ ਹੈ। ਉਸ ਜਗ੍ਹਾ ਤੇ ਭਾਈ ਮਰਦਾਨਾ ਜੀ ਨੇ ਆਪਣਾ ਸਰੀਰ ਤਿਆਗਿਆ ਹੈ। ਤਹਿਲੇ ਚਲਨੋ ਅਬ ਤੁਜ ਤਾਈ। ਤੇ ਸਜਾਦਾ ਜੀ, ਅਸੀਂ ਤੁਹਾਨੂੰ ਆਪਣੇ ਨਾਲ ਉਸ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਤੁਹਾਡੇ ਪਿਤਾ ਜੀ ਨੇ ਸਰੀਰ ਤਿਆਗਿਆ, ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਹੈ। ਉਸ ਜਗ੍ਹਾ ਤੇ ਅਸੀਂ ਤੁਹਾਨੂੰ ਨਾਲ ਲੈ ਕੇ ਜਾਣਾ। ਸੰਗ ਲੈਨ ਕੋ ਲੀਨ ਬੁਲਾਈ। ਤੈਨੂੰ ਨਾਲ ਲਿਜਾਣ ਵਾਸਤੇ ਕੋਲ ਬੁਲਾਇਆ ਹੈ। ਦੋਹਰਾ ਦੇਨੋ ਹਮਕੋ ਉਚਿਤ ਹੈ, ਤੋ ਕੋ ਅਬ ਸਿਰ ਪਾਓ। ਭਾਈ ਸਜਾਦਿਆ, ਅਸੀਂ ਤੇਰੇ ਪਿਤਾ ਦੀ ਜਗ੍ਹਾ ਤੇ ਤੈਨੂੰ ਹੁਣ ਸਿਰੇ ਪਾਓ ਦੇਣਾ, ਕਿਉਂਕਿ ਸਿਰੇ ਪਾਓ ਦੇਣਾ ਤੈਨੂੰ ਉਚਿਤ ਹੈ। ਤੇਰੇ ਪਿਤਾ ਦੀ ਜ਼ਿੰਮੇਵਾਰੀ ਅਸੀਂ ਤੇਰੇ ਸਿਰ ਤੇ ਦੇਣੀ ਹੈ, ਤੇ ਅਸੀਂ ਤੈਨੂੰ ਹੁਣ ਇੱਕ ਸਿਰੇ ਪਾਓ ਦੇਣਾ ਚਾਹੁੰਦੇ ਹਾਂ। ਲੈਨੋ ਤੈ ਕਿਸ ਰੀਤ ਕੋ ਤੈ ਸੋ ਬਚਨ ਬਤਾਓ। ਹੁਣ ਤੂੰ ਇਹ ਦੱਸ ਵੀ ਤੂੰ ਕਿਸ ਤਰ੍ਹਾਂ ਦਾ ਸਿਰੇ ਪਾਓ ਲੈਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਅਸੀਂ ਦੇਣਾ ਸਿਰੇ ਪਾਓ ਤੈਨੂੰ ਤੇਰੇ ਪਿਤਾ ਦੀ ਜਗ੍ਹਾ ਤੇ। ਹੁਣ ਤੂੰ ਦੱਸ ਵੀ ਤੂੰ ਕਿਸ ਤਰ੍ਹਾਂ ਦਾ ਸਿਰੇ ਪਾਓ ਲੈਣਾ ਚਾਹੁੰਦਾ ਸਾਡੇ ਪਾਸੋਂ। ਹਾਂਜੀ। ਚੌਪਈ ਸੁਨ ਸ਼ਹਿਜ਼ਾਦੇ ਹਿਰਦੇ ਵਿਚਾਰੀ। ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਸਜਾਦੇ ਨੇ ਮਨ 'ਚ ਵਿਚਾਰ ਕੀਤੀ। ਸ਼੍ਰੀ ਪ੍ਰਭ ਸੋ ਪੁਨ ਗਿਰਾਇ ਉਚਾਰੀ। ਵਿਚਾਰ ਕਰਕੇ ਬੋਲੇ, ਸਤਿਗੁਰਾਂ ਨੂੰ ਕਹਿਣ ਲੱਗੇ, ਪਿਤ ਮੇਰੇ ਕੋ ਦੀਨੋ ਜੈਸੇ। ਕਹਿਣ ਲੱਗੇ ਪਾਤਸ਼ਾਹ, ਜਿਹੋ ਜਿਹਾ ਸਿਰੇ ਪਾਓ ਤੁਸੀਂ ਮੇਰੇ ਪਿਤਾ ਨੂੰ ਦਿੱਤਾ ਸੀ, ਉਦਾਂ ਦਾ ਸਿਰੇ ਪਾਓ ਮੈਨੂੰ ਬਖਸ਼ ਦਿਓ। ਮੇਰੇ ਪਿਤਾ ਨੂੰ ਸਿਰੇ ਪਾਓ ਦਿੱਤਾ ਸੀ। ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਜਦੋਂ ਤੁਹਾਡੀ ਸਗਾਈ ਕਰਕੇ ਆਏ ਤੇ ਤੁਹਾਡੇ ਕੋਲੋਂ ਵਧਾਈ ਮੰਗਦੇ ਸੀ, ਤੇ ਤੁਸੀਂ ਆਖਿਆ ਸੀ ਮਰਦਾਨਿਆ ਤੈਂ ਸਾਡੇ ਦਰ ਦਾ ਕੀਰਤਨੀਆਂ ਤੈਨੂੰ ਕੀਰਤਨ ਦੀ ਦਾਤ ਬਖਸ਼ਦੇ ਆ, ਤੇ ਜਿਹੜਾ ਸਿਰੇ ਪਾਓ ਉਸ ਵੇਲੇ ਸਾਡੇ ਪਿਤਾ ਜੀ ਨੂੰ ਦਿੱਤਾ ਸੀ ਮਹਾਰਾਜ, ਉਹ ਸਿਰੇ ਪਾਓ ਕੀਰਤਨ ਦੀ ਦਾਤ ਵਜੋਂ ਮੈਨੂੰ ਵੀ ਬਖਸ਼ ਦਿਓ। ਸਤਿ
ਸ੍ਰੀ ਅਕਾਲ। ਉਹੀ ਸਿਰੇ ਪਾਓ ਮਹਾਰਾਜ, ਸਾਨੂੰ ਬਖਸ਼ ਦਿਓ, ਕਿਰਪਾ ਕਰ ਦਿਓ। ਕਿਰਪਾ ਧਾਰ ਦੀ ਜੈ ਮੁਝ ਤੈਸੇ। ਹੇ ਕਿਰਪਾਲੂ, ਹੇ ਦਿਆਲੂ ਸਾਹਿਬ ਜੀ, ਆਪ ਦੀ ਕਿਰਪਾ ਤੇਰੇ ਪਿਤਾ ਜਾਚ ਕੈ ਲੀਨੋ। ਮਹਾਰਾਜ ਜੀ ਕਹਿੰਦੇ, ਭਾਈ ਸਜਾਦਿਆ, ਤੇਰੇ ਪਿਤਾ ਨੇ ਅਖੀਰਲੇ ਵੇਲੇ ਸਾਡੇ ਕੋਲੋਂ ਇਹ ਮੰਗਿਆ ਹੈ, ਮੰਗ ਕੇ ਲਿਆ ਹੈ। ਅਗਨ ਦਾਹ ਤੇ ਕੋ ਹਮ ਦੀਨੋ। ਉਹ ਕਹਿੰਦੇ ਵੀ ਸਾਡਾ ਸਰੀਰ ਅੰਤਮ ਸੰਸਕਾਰ ਕਰਿਓ, ਮੈਂ ਤੁਹਾਡਾ ਸੇਵਕ ਹਾਂ। ਇਹ ਤੇਰੇ ਪਿਤਾ ਨੇ ਅਖੀਰਲੀ ਵੇਲੇ ਸਾਡੇ ਕੋਲੋਂ ਮੰਗ ਕੇ ਲਿਆ। ਤੁਹਾਡੀ ਸਾਂਝ ਹੁਣ ਅਸੀਂ ਆਪਣੇ ਘਰ ਨਾਲ ਬਣਾਉਣ ਲੱਗੇ ਆ, ਤੇ ਇਹ ਦਾਤ ਤੁਹਾਡੇ ਕੋਲ ਰਹੇਗੀ। ਤੂੰ ਅਬ ਚੱਲ ਰਹੀਏ ਦੇਹ ਥਾਨਾ। ਚੱਲ ਸਜਾਦਿਆ, ਤੇਰੇ ਪਿਤਾ ਦੀ ਜਗ੍ਹਾ ਤੇ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਹੈ, ਉਸ ਜਗ੍ਹਾ ਤੇ ਬਹਿ ਕੇ ਤੁਸੀਂ ਸੇਵਾ ਸੰਭਾਲ ਕਰੋ। ਆਪਣਾ ਪਰਿਵਾਰ, ਆਪਣਾ ਟੱਬਰ ਉੱਥੇ ਲੈ ਚਲੋ। ਮਰਦਾਨੇ ਕੇ ਹੋਏ ਸਮਾਨਾ। ਸਜਾਦਿਆ, ਤੂੰ ਵੀ ਭਾਈ ਮਰਦਾਨੇ ਦੇ ਸਮਾਨ ਹੀ ਹੋਵੇਂਗਾ। ਜਿਵੇਂ ਤੇਰਾ ਪਿਤਾ ਤਿਵੇਂ ਤੂੰ। ਹੋਵੇ ਤਹਾਂ ਮਹਾਨ ਪ੍ਰਕਾਸ਼ਾ। ਬੜਾ ਵੱਡਾ ਸਥਾਨ ਹੋਵੇਗਾ ਉੱਥੇ, ਬੜੀ ਸੋਭਾ ਭਾਈ ਮਰਦਾਨੇ ਦੇ ਜਨਮ ਦੀ, ਉਹਨਾਂ ਦੀ ਕੁੱਲ ਦੀ ਬੜੀ ਵਡਿਆਈ ਹੋਵੇਗੀ। ਬਸੋ ਸਦਾ ਕਰ ਆਪਣੇ ਵਾਸਾ। ਉੱਥੇ ਜਾ ਕੇ ਆਪਣਾ ਮਕਾਨ ਬਣਾ ਕੇ ਸदैवी ਨਿਵਾਸ ਕਰੋ। ਹੁਣ ਜਿਉ ਮਨ ਹੋਏ ਕਰਿਓ ਤੈਸੇ। ਫਿਰ ਬੋਧ ਤੁਹਾਡਾ ਮਨ ਵਿੱਚ ਜੋ ਆਵੇ ਉਹ ਤੁਸੀਂ ਕਰਿਓ। ਹਮਾਰੇ ਹਿਰਦੇ ਬਿਖਾ ਹੈ ਐਸੇ। ਸਾਡੇ ਹਿਰਦੇ ਵਿੱਚ ਤਾਂ ਐਸਾ ਹੈ ਕਿ ਤੁਸੀਂ ਆਪਣਾ ਪਰਿਵਾਰ ਲੈ ਕੇ ਪਹਿਲਾਂ ਸਾਡੇ ਨਾਲ ਚੱਲੋ, ਜਗ੍ਹਾ ਵੇਖ ਲਓ, ਫਿਰ ਉੱਥੇ ਮਕਾਨ ਬਣਾ ਕੇ ਪਰਿਵਾਰ ਸਮੇਤ ਰਹਿ ਕੇ ਸਾਡੇ ਸੇਵਕ ਭਾਈ ਮਰਦਾਨੇ ਦੇ ਸਥਾਨ ਦੀ ਸੇਵਾ ਸੰਭਾਲੋ, ਟਹਿਲ ਕਰੋ। ਤੁਹਾਡੀ ਪੂਜਾ ਪ੍ਰਤਿਸ਼ਠਾ ਸੰਸਾਰ ਵਿੱਚ ਹੋਵੇਗੀ। ਸਾਡਾ ਤਾਂ ਇਹ ਫੁਰਨਾ ਹੈ, ਅੱਗੋਂ ਤੁਹਾਡੀ ਮਰਜ਼ੀ ਹੈ ਭਾਈ ਸਜਾਦਾ ਜੀ, ਤੁਸੀਂ ਕੀ ਕਰਨਾ। ਹੱਥ ਜੋੜ ਤਿਨ ਬਿਨੈ ਉਚਾਰੀ। ਭਾਈ ਸਜਾਦੇ ਨੇ ਹੱਥ ਜੋੜੇ ਤੇ ਸਾਹਿਬ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ, ਮੇਰਾ ਵਰਗੇ ਨਿਤ ਅਨੁਸਾਰੀ। ਇਹ ਗਰੀਬ ਨਵਾਜ, ਮੈਂ ਸਦਾ ਤੁਹਾਡੇ ਅਨੁਸਾਰੀ। ਜਿਵੇਂ ਆਪ ਜੀ ਦੀ ਆਗਿਆ, ਜਿਵੇਂ ਆਪ ਜੀ ਦਾ ਹੁਕਮ ਮੇਰੇ ਸਿਰ ਮੱਥੇ ਹੈ। ਜੈਸੋ ਪਿਤਾ ਤੁਮਾਰੋ ਦਾਸੋ। ਮਹਾਰਾਜ, ਜਿਵੇਂ ਮੇਰੇ ਪਿਤਾ ਜੀ ਤੁਹਾਡੇ ਦਾਸ ਸਨ, ਉਹ ਤੁਹਾਡੇ ਸੇਵਕ ਸਨ, ਤੈਸੇ ਮੁਝ ਜਾਨੋ ਸੁਖ ਰਾਸੋ। ਇਹ ਸੁੱਖਾਂ ਦੇ ਦਾਤੇ ਸਾਹਿਬ, ਮੈਨੂੰ ਵੀ ਵੈਸਾ ਆਪਣਾ ਦਾਸ ਕਰਕੇ ਜਾਣਿਓ। ਜਿਵੇਂ ਭਾਈ ਮਰਦਾਨੇ ਨੂੰ ਤੁਸੀਂ ਆਪਣਾ ਦਾਸ ਜਾਣਿਆ ਮੇਰੇ ਪਿਤਾ ਨੂੰ, ਤਿਵੇਂ ਮੈਨੂੰ ਆਪਣਾ ਦਾਸ ਕਰਕੇ ਜਾਣਿਓ। ਮੇਰੇ ਪਿਤਾ ਜੀ ਮੈਨੂੰ ਦੱਸਿਆ ਕਰਦੇ ਸਨ, ਜਦੋਂ ਆਉਂਦੇ ਉਹ ਕਹਿੰਦੇ ਸੀ, ਮੈਂ ਕਈ ਵਾਰੀ ਗੁਰੂ ਨਾਨਕ ਸਾਹਿਬ ਤੋਂ ਪਰਤਿਆ ਵਾਪਸ, ਕਦੇ ਕੌਡਾ ਫੜ ਲੈਂਦਾ ਤੇ ਮਹਾਰਾਜ ਜੀ ਝੱਟ ਪਹੁੰਚ ਜਾਂਦੇ ਤੇ ਕਹਿੰਦੇ, ਸੰਗ ਲਏ ਕਿ ਹਮਕੋ ਲਾਜਾ। ਮਰਦਾਨੇ ਨੂੰ ਬਾਲਿਆ ਅਸੀਂ ਨਾਲ ਲੈ ਕੇ ਆਏ ਆ, ਇਹਨੂੰ ਆਪਣੇ ਨਾਲ ਰੱਖਣਾ, ਇਹ ਸਾਨੂੰ ਲਾਜ ਹੈ ਇਹਦੀ। ਤੇ ਮਹਾਰਾਜ, ਜਿਵੇਂ ਸਾਡੇ ਪਿਤਾ ਜੀ ਨੂੰ ਤੁਸਾਂ ਨੇ ਰੱਖਿਆ, ਤਿਵੇਂ ਮੈਨੂੰ ਵੀ ਆਪਣੇ ਚਰਨਾਂ 'ਚ ਰੱਖਿਓ। ਮੈਨੂੰ ਵੀ ਉਸੇ ਤਰ੍ਹਾਂ ਆਪਣਾ ਦਾਸ ਕਰਕੇ ਜਾਣਿਓ। ਤਬ ਪ੍ਰਭ ਚਲੇ ਸੰਗ ਲੈ ਤਾਹੀ। ਪਾਤਸ਼ਾਹ ਨੇ ਭਾਈ ਸਜਾਦੇ ਨੂੰ ਨਾਲ ਲਿਆ। ਰਾਏ ਭੋਏ ਦੀ ਤਲਵੰਡੀ ਤੋਂ ਜਗਤ ਗੁਰੂ ਪਾਤਸ਼ਾਹ ਜੀ ਚੱਲ ਪਏ। ਪਹੁੰਚੇ ਨਗਰ ਤੁਲੰਬੇ ਮਾਹੀ। ਖਾਲਸਾ ਜੀ, ਇੱਕ ਤੁਲੰਬਾ ਨਗਰ ਹੈ। ਗਰੀਬ ਨਵਾਜ ਪਾਤਸ਼ਾਹ ਜੀ ਇਸ ਤੁਲੰਬੇ ਨਗਰ ਦੇ ਵਿੱਚ ਪਹੁੰਚੇ, ਮੁਲਤਾਨ ਦੇ ਨੇੜੇ। ਮੁਲਤਾਨ ਜ਼ਿਲ੍ਹੇ ਵਿੱਚ ਨਗਰ ਹੈ ਤੁਲੰਬਾ। ਤੁਲੰਬੇ ਆਏ ਹਨ, ਇੱਕ ਐਸੀ ਜਗ੍ਹਾ ਦੇ ਕੋਲ ਆਏ ਨੇ ਜਿੱਥੇ ਬੜੀ ਸੋਹਣੀ ਇੱਕ ਪਾਸੇ ਮਸੀਤ ਬਣੀ ਹੈ, ਇੱਕ ਪਾਸੇ ਦਿਉਰਾ ਮੰਦਿਰ ਬਣਿਆ ਹੋਇਆ। ਉਹਦੇ 'ਚ ਇੱਕ ਸੱਜਣ ਨਾਮ ਦਾ ਵਿਅਕਤੀ ਬੈਠਾ ਹੈ ਤਾਂ ਠੱਗ। ਸਰੀਰ ਤੇ 12 ਤਿਲਕ ਲਾਏ ਨੇ, ਮੱਥੇ ਤੇ ਤਿਲਕ ਲਾਏ ਨੇ, ਗਲ 'ਚ ਜਨੇਊ ਪਾਏ, ਬੜਾ ਧਰਮੀ ਕਰਮੀ ਹੋ ਕੇ ਨਜ਼ਰ ਆਉਂਦਾ ਹੈ। ਆਉਂਦੇ ਜਾਂਦੇ ਮੁਸਾਫਰ ਆਉਂਦੇ ਹੈ, ਉਹਨਾਂ ਨੂੰ ਕਹਿੰਦਾ, ਜੀ ਮੇਰੀ ਦ੍ਰਿਸ਼ਟੀ 'ਚ ਸਾਰੇ ਹੀ ਸਮਾਨ ਹੈ। ਆ ਵੇਖੋ, ਮੁਸਲਮਾਨਾਂ ਲਈ ਮਸੀਤ ਬਣਾਈ ਹੈ, ਹਿੰਦੂਆਂ ਵਾਸਤੇ ਮੈਂ ਦਿਉਰਾ ਬਣਾਇਆ ਹੋਇਆ ਹੈ। ਜਿਨ੍ਹਾਂ ਨੇ ਇੱਥੇ ਪੂਜਾ ਕਰਨੀ ਹੈ, ਜਿਨ੍ਹਾਂ ਨੇ ਇੱਥੇ ਨਮਾਜ਼ ਪੜ੍ਹਨੀ ਹੈ, ਪੜ੍ਹੋ। ਰਾਤ ਨੂੰ ਅੰਦਰ ਲਿਜਾ ਕੇ ਬੰਨ ਲੈਂਦਾ, ਜੋ ਉਹਨਾਂ ਕੋਲ ਹੁੰਦਾ ਖੋਹ ਲੈਂਦਾ, ਮਾਰ ਕੇ ਕਤਲ ਕਰਕੇ ਖੂਹ 'ਚ ਸੁੱਟ ਦਿੰਦਾ। ਇਹ ਇਹਦੀ ਬਿਰਤੀ ਸੀ। ਜਗਤ ਗੁਰੂ ਨਾਨਕ ਸਾਹਿਬ ਨੇ ਇਹਨੂੰ ਤਾਰਨਾ ਸੀ ਸੱਜਣ ਨੂੰ। ਤੁਲੰਬੇ ਨਗਰ ਆਏ ਹਨ।
ਜਿਵੇਂ ਇਹਦਾ ਪਾਰ ਉਤਾਰਾ ਕਰ ਰਹੇ ਨੇ, ਸ਼ਬਦ ਉਚਾਰਨ ਕਰ ਰਹੇ ਨੇ। ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ 100 ਧੋਵਾਂ ਤਿਸ। ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਹੋ ਇਹੋ, ਨਾਨਕ ਚਾਹੋ ਇਹੋ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ